हाँ जी, ठीक है जी। नेक्स्ट देखो, ਇਹ ਤਾਂ ਹੋ ਗਿਆ ਜੀ, ਆਪਾਂ ਗੱਲ ਕਰ ਲਈ ਨਿਊਕਲੀਅਰ ਸਪਿਨ ਦੇ ਅਕੋਰਡਿੰਗ ਆਈ ਦੀ ਵੈਲਿਊ ਤੋਂ ਆਪਾਂ ਕਿਸ ਤਰ੍ਹਾਂ ਦੇਖ ਲਾਂਗੇ ਐਕਟਿਵ ਹੈ ਤੇ ਕਿਹੜਾ ਇਨਐਕਟਿਵ ਹੈ। ਹੁਣ ਆਪਾਂ ਕਹਿੰਦੇ ਆ ਜੀ ਆਈ ਦੀ ਵੈਲਿਊ ਆਪਾਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ। ਹੁਣ ਦੇਖੋ ਆਈ ਦੀ ਵੈਲਿਊ ਫਾਈਂਡ ਆਊਟ ਕਰਨ ਵਾਸਤੇ ਵੀ ਇੱਕ ਟੇਬਲ ਹੈ, ਟੇਬਲ ਦੇਖ ਲਓ। ਚਲੋ ਦੇਖੋ ਜੀ, ਜੇ ਗੱਲ ਕਰਾਂ ਆਪਾਂ ਅਟੋਮਿਕ ਨੰਬਰ, ਮਾਸ ਨੰਬਰ ਤੋਂ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਕੀ ਉਹਦਾ ਆਈ ਦੀ ਵੈਲਿਊ ਹੋਏਗੀ। ਤਾਂ ਯਾਦ ਰੱਖਣਾ, ਜੇ ਅਟੋਮਿਕ ਨੰਬਰ ਵੀ ਕੀ ਹੋਵੇ ਈਵਨ ਹੋਵੇ ਤੇ ਮਾਸ ਨੰਬਰ ਵੀ ਕੀ ਹੋਵੇ ਈਵਨ ਹੋਵੇ। ਅਟੋਮਿਕ ਨੰਬਰ ਤੇ ਮਾਸ ਨੰਬਰ ਤਾਂ ਸਮਝਦੇ ਹੋ ਤੁਸੀਂ, ਐਕਸ ਅਗਰ ਕੋਈ ਐਲੀਮੈਂਟ ਹੈ ਉਹਦਾ ਅਟੋਮਿਕ ਨੰਬਰ ਜਿਹੜਾ ਹੋਏਗਾ ਨੀਚੇ ਹੁੰਦਾ ਹੈ ਤੇ ਮਾਸ ਨੰਬਰ ਜਿਹੜਾ ਉਹਦਾ ਉੱਤੇ ਹੁੰਦਾ, ਜਿਹਨੂੰ ਆਪਾਂ ਏ ਦੇ ਨਾਲ ਡਿਨੋਟ ਕਰਦੇ ਹਾਂ। ਜੇ ਅਟੋਮਿਕ ਨੰਬਰ ਤੇ ਮਾਸ ਨੰਬਰ ਦੋਵੇਂ ਹੀ ਕੀ ਹੋਣ, ਈਵਨ ਹੋਵੇ, ਤਾਂ ਆਪਣਾ ਉਹ ਵਾਲਾ ਐਲੀਮੈਂਟ ਜਿਹੜਾ ਹੋਏਗਾ ਉਹ ਕੀ ਹੋਏਗਾ, ਨਿਊਕਲਾਈ ਜਿਹੜਾ ਹੋਏਗਾ ਉਹ ਕੀ ਹੋਏਗਾ, NMR ਇਨਐਕਟਿਵ ਹੋਏਗਾ। ਠੀਕ ਹੈ, NMR ਕੀ ਹੋਏਗਾ, ਇਨਐਕਟਿਵ ਹੋਏਗਾ। ਠੀਕ ਹੈ, ਤਾਂ ਉਹਦੀ ਆਈ ਦੀ ਵੈਲਿਊ, ਜੇ NMR ਇਨਐਕਟਿਵ ਹੈ ਤਾਂ ਆਈ ਦੀ ਵੈਲਿਊ ਕੀ ਹੋਏਗੀ, ਦੱਸੇਗਾ ਮੈਨੂੰ ਕੋਈ। ਜੇ ਅਟੋਮਿਕ ਨੰਬਰ ਮਾਸ ਨੰਬਰ ਈਵਨ ਹੈ, NMR ਇਨਐਕਟਿਵ ਹੋਏਗਾ ਤੇ ਆਈ ਦੀ ਵੈਲਿਊ ਕੀ ਹੋਏਗੀ, ਜ਼ੀਰੋ ਸਰ। जीरो ਆਈ ਦੀ ਵੈਲਿਊ ਕੀ ਹੋਏਗੀ, ਜ਼ੀਰੋ। ਤਾਂ ਇਹਦੀ ਐਗਜ਼ਾਮਪਲਸ ਆ ਜਾਂਦੀਆਂ, ਐਗਜ਼ਾਮਪਲਸ ਆ ਜਾਂਦੀ ਹੈ ਕਾਰਬਨ 6C12, ਆਕਸੀਜਨ 816। ਠੀਕ ਹੈ, ਆ ਕੀ ਹੈ, ਸਾਰੇ ਨਿਊਕਲੀਆਈ ਆਪਣੇ NMR ਇਨਐਕਟਿਵ। ਤਾਂ ਤੁਸੀਂ ਦੇਖਿਆ ਹੋਣਾ ਕਾਰਬਨ, ਆਕਸੀਜਨ, ਸਲਫਰ, ਇਹ ਸਾਰੇ ਕੀ ਹੁੰਦੇ ਆ, NMR ਇਨਐਕਟਿਵ, ਕਿਉਂਕਿ ਇਹਨਾਂ ਦਾ ਅਟੋਮਿਕ ਨੰਬਰ ਤੇ ਮਾਸ ਨੰਬਰ ਦੋਵੇਂ ਹੀ ਕੀ ਹੁੰਦੇ ਆ, ਈਵਨ ਨੰਬਰ ਹੁੰਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦਾ ਪਲੀਜ਼ ਮਾਈਕ ਆਫ ਕਰ ਲਓ, ਨਾਲ ਕੁਐਸਚਨ ਆਨਸਰ ਦੇ ਕੇ ਮਾਈਕ ਆਫ ਕਰ ਲਿਆ ਕਰੋ ਪਲੀਜ਼। ਦੇਖੋ ਉਸ ਤੋਂ ਬਾਅਦ ਮਾਸ ਨੰਬਰ ਜੇ ਹੈ ਤੁਹਾਡਾ ਓਡ, ਮਾਸ ਨੰਬਰ ਕੀ ਹੈ, ਓਡ ਹੈ, ਤੇ ਅਟੋਮਿਕ ਨੰਬਰ ਈਵਨ ਹੋਵੇ ਚਾਹੇ ਓਡ ਹੋਵੇ ਤਾਂ ਤੁਹਾਡਾ ਨਿਊਕਲੀਆਈ ਕੀ ਹੋਏਗਾ, NMR ਐਕਟਿਵ। ਠੀਕ ਹੈ ਜੀ। ਤਾਂ ਕੰਡੀਸ਼ਨ ਕੀ ਯਾਦ ਰੱਖਣੀ ਹੈ, ਮਾਸ ਨੰਬਰ ਕੀ ਹੋਵੇ ਓਡ, ਅਟੋਮਿਕ ਨੰਬਰ ਈਵਨ ਭਾਵੇਂ ਓਡ ਕੁਝ ਵੀ ਹੋਵੇ, ਤਾਂ ਆਈ ਦੀ ਵੈਲਿਊ ਕੀ ਹੋਏਗੀ, N/2। ਹੁਣ ਇੱਥੇ N ਦੀ ਵੈਲਿਊ ਕੀ ਹੈ, N ਕੀ ਹੈ ਇੱਥੇ 1 3 5 ਅਪ ਟੂ ਸੋ ਔਨ, ਓਡ ਨੰਬਰਸ ਹੈ। ਠੀਕ ਹੈ, ਐਗਜ਼ਾਮਪਲ ਕੌਣ ਆ ਗਏ ਇਹਦੇ ਚ, 1H1 6C13 ਅਪ ਟੂ ਸੋ ਔਨ। ਠੀਕ ਹੈ ਜੀ, ਇਸ ਤਰ੍ਹਾਂ ਦੇ ਨਿਊਕਲੀਆਈ ਆ ਗਏ ਜਿਨ੍ਹਾਂ ਦਾ ਮਾਸ ਨੰਬਰ ਕੀ ਹੋਵੇ, ਓਡ ਹੋਵੇ, ਅਟੋਮਿਕ ਨੰਬਰ ਚਾਹੇ ਈਵਨ ਹੋਵੇ ਚਾਹੇ ਓਡ ਹੋਵੇ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਜੇ ਅਟੋਮਿਕ ਨੰਬਰ ਕੀ ਹੋਵੇ, ਅਟੋਮਿਕ ਨੰਬਰ ਕੀ ਹੋਵੇ, ਓਡ ਹੋਵੇ ਤੇ ਮਾਸ ਨੰਬਰ ਕੀ ਹੋਵੇ, ਈਵਨ ਹੋਵੇ। ਠੀਕ ਹੈ, ਤਾਂ ਆਈ ਦੀ ਵੈਲਿਊ ਕੀ ਹੋਏਗੀ, N ਦੇ ਬਰਾਬਰ। ਇੱਥੇ N ਕੀ ਹੋ ਸਕਦਾ ਹੈ, N ਦੀ ਵੈਲਿਊ ਹੋ ਸਕਦੀ ਹੈ 1 ਹੋ ਸਕਦੀ ਹੈ, 2 ਹੋ ਸਕਦੀ ਹੈ, 3 ਹੋ ਸਕਦੀ ਹੈ, ਅਪ ਟੂ ਸੋ ਔਨ, ਕੋਈ ਵੀ ਨੰਬਰ ਹੋ ਸਕਦਾ ਹੈ। ਮੋਲੀਕਿਊਲ ਕੀ ਹੋਏਗਾ, ਨਿਊਕਲੀਆਈ ਕੀ ਹੋਏਗਾ, NMR ਐਕਟਿਵ, ਤੇ ਇਹਦੀ ਐਗਜ਼ਾਮਪਲ ਜਿਹੜੀ ਹੈ, ਐਗਜ਼ਾਮਪਲ ਹੈਗੀ ਹੈ ਨਾਈਟ੍ਰੋਜਨ 7N14। ਠੀਕ ਹੈ ਜੀ, ਪਤਾ ਲੱਗ ਗਿਆ ਇਹ ਟੇਬਲ, ਪਤਾ ਲੱਗ ਗਿਆ ਜੀ। ਠੀਕ ਹੈ, ਇਹ ਟੇਬਲ ਤੁਸੀਂ ਕਰਨਾ ਹੈ। ਇਸ ਟੇਬਲ ਦੇ ਨਾਲ ਤੁਸੀਂ ਕੀ ਹੈ ਚੈੱਕ ਕਰ ਸਕਦੇ ਹੋ, ਪੇਪਰ ਦੇ ਵਿੱਚ ਤੁਹਾਨੂੰ ਕੋਈ ਵੀ ਐਲੀਮੈਂਟ ਦਿੱਤਾ ਹੋ ਸਕਦਾ ਅਟੋਮਿਕ ਨੰਬਰ ਤੇ ਮਾਸ ਨੰਬਰ ਦੇ ਨਾਲ, ਤਾਂ ਤੁਸੀਂ ਦੇਖ ਕੇ ਹੀ ਉਹਨੂੰ ਦੱਸ ਸਕਦੇ ਹੋ ਕਿ ਇਹ ਨਿਊਕਲੀਆਈ ਜਿਹੜਾ ਹੈਗਾ ਕੀ ਹੋਏਗਾ। ਠੀਕ ਹੈ, ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਆਕਸੀਜਨ O816, ਤਾਂ ਇਹ ਕੀ ਹੈ, ਇਹਦਾ ਅਟੋਮਿਕ ਨੰਬਰ ਵੀ ਕੀ ਹੈ, ਈਵਨ, ਮਾਸ ਨੰਬਰ ਵੀ ਕੀ ਹੈ, ਈਵਨ, ਤਾਂ ਇਹ ਕੀ ਹੋਏਗਾ, NMR ਇਨਐਕਟਿਵ ਹੋਏਗਾ ਤੇ ਇਹਦੀ ਆਈ ਦੀ ਵੈਲਿਊ ਕੀ ਹੋਏਗੀ, 0 ਹੋਏਗੀ। ਠੀਕ ਹੈ, ਪਤਾ ਲੱਗ ਗਿਆ ਜੀ, ਪਤਾ ਲੱਗ ਗਿਆ ਸਾਰਿਆਂ ਨੂੰ। यस ਚਲੋ ਨੈਕਸਟ ਦੇਖੋ, ਚਲਿਏ ਅੱਗੇ। ਨੈਕਸਟ ਦੇਖੋ, ਉਸ ਤੋਂ ਬਾਅਦ ਆ ਜਾਂਦਾ ਪੇਪਰ ਦੇ ਵਿੱਚ ਸਪਿਨ ਸਟੇਟਸ ਨਿਕਾਲਣ ਨੂੰ। ਉਹ ਕਹਿ ਦਿੰਦਾ ਸਪਿਨ ਸਟੇਟਸ ਨਿਕਾਲੋ, ਕਿੰਨੀਆਂ ਸਪਿਨ ਸਟੇਟਸ ਹੈ। ਤਾਂ ਪੇਪਰ ਦੇ ਵਿੱਚ ਜੇ ਤੁਹਾਨੂੰ ਸਪਿਨ ਸਟੇਟਸ ਲਿਖਿਆ ਆ ਜਾਂਦਾ, ਪਤਾ ਪੁੱਛ ਲੈਂਦਾ ਕਿ ਕਿੰਨੀ ਸਪਿਨ ਸਟੇਟਸ ਹੈ, ਤਾਂ ਉਹਦੇ ਲਈ ਡਾਇਰੈਕਟ ਫਾਰਮੂਲਾ ਹੈ 2i+1। ਠੀਕ ਹੈ ਜੀ, ਤਾਂ ਤੁਸੀਂ ਜਸਟ 2i+1 ਫਾਰਮੂਲਾ ਲਗਾਉਣਾ, ਤਾਂ ਤੁਹਾਡੀ ਸਪਿਨ ਸਟੇਟਸ ਆ ਜਾਣਗੀਆਂ।
फॉर एग्जाम्पल ਤੁਹਾਨੂੰ ਪੇਪਰ ਦੇ ਵਿੱਚ ਆਈ ਦੀ ਵੈਲਿਊ ਗਿਵਨ ਹੋਏਗੀ। एग्जाम्पल अगर गल करिए 1H1 ਕੀ ਹੈ प्रोटोन प्रोटियम। ਇਹ ਤਾਂ ਪਤਾ ਹੈ ਜੀ हाइड्रोजन ਦੇ 3 आइसोटोप्स ਹੁੰਦੇ ਆ 1H1 1H2 1H3 ठीक है जी। ਇਹ प्रोटियम ड्यूटीरियम ट्रीटियम। ਇਹ ਕੀ ਹੈ ਜਿਹੜਾ 1HNMR ਜਿਹੜੀ ਹੈ ਆਪਾਂ ਵਾਸਟਲੀ ਸਟੱਡੀ ਕਰਦੇ ਹਾਂ ठीक है, ਕਿਉਂਕਿ ਇਹਦਾ ਸਿਗਨਲ ਜਿਹੜਾ ਹੁੰਦਾ ਕ੍ਰਿਸਪ ਐਂਡ ਕਲੀਅਰ ਸ਼ਾਰਪ ਸਿਗਨਲ ਹੁੰਦਾ ਠੀਕ ਹੈ। 1HNMR ਇਹਦੇ ਵਾਸਤੇ ਆਈ ਦੀ ਵੈਲਿਊ ਕਿੰਨੀ ਹੁੰਦੀ ਹੈ ਹਾਫ ਹੁੰਦੀ ਹੈ ਠੀਕ ਹੈ। ਆਈ ਦੀ ਵੈਲਿਊ ਫਿਕਸਡ ਹੁੰਦੀ ਹੈ ਹਮੇਸ਼ਾ, याद रखना आई ਦੀ वैल्यू की है हाफ है।1H1 आई ਦੀ वैल्यू हाफ है। वो कहते हैं दिल्ली नंबर ऑफ स्पिन स्टेट्स की हो गया, नंबर ऑफ स्पिन स्टेट्स इक्वल टू 2i+1। आई ਦੀ वैल्यू कितनी है इत्थे 1H1 वास्ते हाफ +1 कैंसिल आउट हो जाएगा, की आ जाएगा 1+1 की बराबर 2। हुण की आ गया स्पिन स्टेट्स कितनी आ गई 2। तो देखो जदों भी दो ईवन नंबर आ जाए, स्पिन स्टेट्स की आ जाए ईवन नंबर आ जाए, तो उन्होंने किस तरह ब्रेक करना है, उन्होंने तुसी रेशो दे विच ब्रेक कर देना है। तो तुसी किहड़ियां दो स्पिन स्टेट्स हो सकती हैं +हाफ ते -हाफ ठीक है जी। ईवन नंबर आ जाए तो तुसी की करना है -1/n2 +1/n तक लिख लेने नंबर ठीक है। स्पिन स्टेट्स हो गया -हाफ ते +हाफ हो जाएगी। जे गल करा मैं 6C13 दी, 6C13 वास्ते आई दी वैल्यू की हुंदी है अगेन हाफ हुंदी है, तो ਉਹਦੇ वास्ते भी दो स्पिन स्टेट्स आ जाएंगी किहड़ी +हाफ ते -हाफ ठीक है। पता लग गया, पता लग गया जी। यस सर। हुण मैं एक होर लिखदा एग्जाम्पल। हाँ देख लो नैक्सट एग्जाम्पल देखो, जे मैं गल करा 7N14 दी ठीक है। ਇਹਦੇ ਵਾਸਤੇ आई ਦੀ वैल्यू कितनी ਹੁੰਦੀ है 1 ਹੁੰਦੀ है ठीक है। आई ਦੀ वैल्यू 1 स्पिन स्टेट्स किस तरह निकालांगे 2i+1 करके निकालांगे ठीक है। 2 इंटू आई ਦੀ वैल्यू कितनी है 1+1 कितना आ जाएगा आंसर अपने को 3। स्पिन स्टेट्स कितनी आ गई 3 आ गया अपने को। तो स्पिन तीन स्पिन स्टेट्स ਨੂੰ किस तरह डिवाइड कर सकते हैं, ਕਿਹੜੀਆਂ हो सकती हैं +1 0 ਤੇ -1 ठीक है। तो याद रखना हमेशा जदों तुहाडे कोल स्पिन स्टेट्स की आ जाए ओड नंबर आ जाए तो उन्होंने किस तरह डिवाइड करना है -n2 +n तक डिवाइड करना है ठीक है। ठीक है जी पता लग गया। तो तीन स्पिन स्टेट आ गई किहड़ियां किहड़ियां, प्लस वाला नंबर नीचे हुंदा है 0 -1 ठीक है। ठीक है जी ओके सर। ये चीज याद रखना स्पिन स्टेट सर एक क्वांटम नंबर ਦੇ ਅਕੋਰਡਿੰਗ ਕੱਢਣਾ। हाँ जी हाँ जी। ਸਰ ਇਹ ਕੁਆਂਟਮ ਨੰਬਰ ਦੇ ਅਕੋਰਡਿੰਗ ਆ ਰਹੀਆਂ ਨੇ ਸਟੇਟਸ ਜੀ। नहीं क्वांटम नंबर के अकॉर्डिंग नहीं आ रही, न्यूक्लियर आई के अकॉर्डिंग आ रही। तुम इन्हों न्यूक्लियर स्पिन क्वांटम नंबर जो कह रहे हो हाँ ये अकॉर्डिंग आ रही आई के अकॉर्डिंग, आई के अकॉर्डिंग आ रही जी, न्यूक्लियर स्पिन क्वांटम नंबर के अकॉर्डिंग आ रही ठीक है। ठीक है जी ओके सर। चलो नैक्सट देखो ये तो हो गया जी अपना स्पिन स्टेट्स निकालन वाला, तो आप किस तरह देखांगे NMR एक्टिव है या इनएक्टिव है। उस तो बाद पेपर दे विच जिहड़ा मोस्टली पूछा जाता है क्वेश्चन कि सिग्नल्स किन्ने हैं, तो देखो वो किस तरह आप फाइंड आउट करांगे। देखो नंबर ऑफ सिग्नल्स आप किस तरह फाइंड आउट करांगे। नंबर ऑफ सिग्नल्स फाइंड आउट करने वास्ते तुहानू सब तो पहले की पता होना चाहिए इक्विवेलेंट प्रोटॉन्स ते नॉन इक्विवेलेंट प्रोटॉन्स। सारिਆਂ ਨੂੰ पता लग रहा जी, किसी ਨੂੰ जिन्ना हुणे तक कीता किसी च डाउट होवे एनीवन। नो ठीक है जी
ਚਲੋ ਦੇਖੋ ਜੀ, ਨੰਬਰ ਆਫ ਸਿਗਨਲਸ ਆਪਾਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ। ਇਕੁਈਵੇਲੈਂਟ ਪ੍ਰੋਟੋਨਸ ਤੇ ਨੋਨ ਇਕੁਈਵੇਲੈਂਟ ਪ੍ਰੋਟੋਨਸ ਨੂੰ ਆਇਡੈਂਟੀਫਾਈ ਕਰਕੇ। ਹੁਣ ਗੱਲ ਆ ਜਾਂਦੀ ਇਕੁਈਵੇਲੈਂਟ ਪ੍ਰੋਟੋਨਸ ਕਿਹੜੇ ਹੁੰਦੇ ਹੈ, ਤਾਂ ਮੈਂ ਜੇ ਗੱਲ ਕਰਾਂ ਇਹਨੂੰ ਕੀ ਕਵਾਂਗੇ, ਇਕੁਈਵੇਲੈਂਟ ਪ੍ਰੋਟੋਨਸ ਆਪਣੇ ਕੀ ਹੋਣਗੇ। इन्ना तो इन्वायरमेंट सेम होएगा। हाँ, सेम होएगा यदि अगर environment। डेफिनेशन जे लिखा, सेट ऑफ प्रोटॉन्स हैविंग आइडेंटिकल एनवायरनमेंट। देखो जी बस तुसी यही नोट्स बना लो, इत्थों दी जिन्ना मैं करवा रहा है यही कर लो, ये थ्रू तुसी क्वेश्चन सॉल्व करने, जिहड़ी मर्जी बुक लै लो ਉਹਦੇ ਵਿੱਚੋਂ क्वेश्चन सॉल्व कर लिया जे, ਤੁਹਾਡੇ हर क्वेश्चन सॉल्व हो जाऊगा इस टॉपिक का। ठीक है, ਤਾਂ ਤੁਸੀਂ ਹੋਰ ਕੋਈ बुक ਰੈਫਰਲ बुक ਨਾਲ ਲੈਣਾ, ठीक है, ਰੈਫਰੈਂਸ बुक ਨਾਲ लिया जे कोई, बस ये वाले नोट्स ही बना लो जिन्ने मैं लिखवा रहा, शॉर्ट नोट्स हैं। ठीक है, सेट ऑफ प्रोटॉन्स हैविंग आइडेंटिकल एनवायरनमेंट आर रेफर टू एज, आर नोन एज इक्विवेलेंट प्रोटॉन्स। And all of them give rise to a one signal। ठीक है जी, ਉਹ ਕਹਿੰਦਾ ਇਕੁਈਵੇਲੈਂਟ ਪ੍ਰੋਟੋਨਸ ਕਿਹੜੇ ਆ, ਕਹਿੰਦਾ ਉਹ ਪ੍ਰੋਟੋਨਸ ਜਿਨ੍ਹਾਂ ਦਾ এনवायरमेंट ਕੀ ਹੋਵੇ, ਆਸੇ-ਪਾਸੇ ਦਾ এনवायरमेंट ਕੀ ਹੋਵੇ, ਬਿਲਕੁਲ ਆਇਡੈਂਟੀਕਲ ਹੋਵੇ, ਤੇ ਉਹ ਵਾਲੇ ਪ੍ਰੋਟੋਨ ਸਾਰੇ ਮਿਲ ਕੇ ਕੀ ਦਿੰਦੇ, ਇੱਕ ਹੀ ਸਿਗਨਲ ਦਿੰਦੇ ਆ, ਉਹਨਾਂ ਨੂੰ ਆਪਾਂ ਕੀ ਨਾਮ ਦੇ ਦਿੰਦੇ, ਇਕੁਈਵੇਲੈਂਟ ਪ੍ਰੋਟੋਨਸ। ਤਾਂ ਇਹਦਾ ਮਤਲਬ ਨੋਨ ਇਕੁਈਵੇਲੈਂਟ ਤਾਂ ਆਪਾਂ ਨੂੰ ਇਕੁਈਵੇਲੈਂਟ ਪੜ੍ਹ ਕੇ ਸਮਝ ਲੱਗ ਗਿਆ, ਉਹ ਪ੍ਰੋਟੋਨ ਜਿਨ੍ਹਾਂ ਦਾ এনवायरमेंट ਸੇਮ ਨਹੀਂ ਹੋਏਗਾ ਉਹ ਕੀ ਹੋਣਗੇ, ਆਪਣੇ ਨੋਨ ਇਕੁਈਵੇਲੈਂਟ ਪ੍ਰੋਟੋਨਸ ਹੋ ਜਾਣਗੇ। ਤਾਂ ਦੇਖੋ ਜੇ ਮੈਂ ਗੱਲ ਕਰਾਂ, ਸਭ ਤੋਂ ਪਹਿਲਾ ਮੋਲੀਕਿਊਲ ਲਿਖਾਂ CH3CH3, ਮੈਂ ਕੀ ਲਿਖਿਆ, ਇਥੇਨ। ਠੀਕ ਹੈ ਜੀ, ਇਥੇਨ ਦੇ ਅੰਦਰ ਦੇਖੋ, ਇਥੇਨ ਦਾ ਸਟਰਕਚਰ ਆਪਾਂ ਖੋਲ ਕੇ ਲਿਖੀਏ, 2 ਕਾਰਬਨ ਹੈ, 2 ਕਾਰਬਨਸ ਦੇ ਨਾਲ 3 ਹਾਈਡਰੋਜਨਸ ਅਟੈਚਡ ਹੈ। ਠੀਕ ਹੈ ਜੀ, ਹੁਣ ਦੇਖੋ ਇਹਦੇ अगर गल करिए एनवायरमेंट की, सब तो पहले ये C1 कार्बन है, ये C2 कार्बन है। C1 कार्बन के नाल 3 प्रोटोन्स है, तीनों प्रोटोन्स किहदे नाल जुड़े हुए हैं, कार्बन के नाल जुड़े हैं, वो कार्बन अगे कार्बन नाल जुड़े है, मतलब तीनों प्रोटोन्स सेम कैटेगरी दे है। तो ये लिख लिया, तीनों इक्को तरह दे है। ਹੁਣ ਦੇਖੋ ਜਦੋਂ ਆਪਾਂ ਦੂਜੇ ਵਾਲਾ ਕਾਰਬਨ ਦੇਖਿਆ, ਦੂਜੇ ਵਾਲੇ ਕਾਰਬਨ ਦੇ ਨਾਲ ਵੀ ਕੀ ਹੈ, 3 ਪ੍ਰੋਟੋਨਸ ਹੀ ਜੁੜੇ ਹੋਏ ਹੈ, तीनों प्रोटोन्स अगे कार्बन नाल जुड़े है, वो कार्बन अगे कार्बन नाल जुड़े है। ਤਾਂ ਇਹ ਵੀ ਕੰਡੀਸ਼ਨ ਸੇਮ ਨਹੀਂ ਹੋਗੀ ਜਿਸ ਤਰ੍ਹਾਂ ਪਹਿਲੇ ਵਾਲੇ ਕਾਰਬਨ ਦੀ ਸੀ, ਤਾਂ ਮਤਲਬ ਇਹ ਵਾਲੇ ਕਾਰਬਨ ਵੀ ਤਾਂ ਸੇਮ ਹੀ ਹੋਏ। ਤਾਂ ਇਹਦਾ ਮਤਲਬ ਕੀ ਹੋਇਆ, ਇਹਦੇ ਅੰਦਰ ਕਿੰਨੇ ਪ੍ਰੋਟੋਨਸ ਹੈ, ਤੁਸੀਂ ਦੱਸੋ ਮੈਨੂੰ, ਕਿੰਨੇ ਪ੍ਰੋਟੋਨਸ ਹੈ ਇਹਦੇ ਅੰਦਰ। ਇਹਦੇ ਅੰਦਰ सेट ऑफ इक्विवेलेंट प्रोटॉन्स। ਇਹਦੇ ਅੰਦਰ ਕੀ ਹੈ, 2 ਸੈੱਟ ਕੀ ਹੈ, ਇਕੁਈਵੇਲੈਂਟ ਪ੍ਰੋਟੋਨ, 2 ਸੈੱਟ ਆਫ ਇਕੁਈਵੇਲੈਂਟ ਪ੍ਰੋਟੋਨਸ। ਤਾਂ ਇਹਦਾ ਮਤਲਬ ਇਹਦੇ ਅੰਦਰ ਟੋਟਲ ਕਿੰਨੇ ਪ੍ਰੋਟੋਨਸ ਹੈ, 6 ਪ੍ਰੋਟੋਨਸ ਹੈ, मतलब 6 ਹਾਈਡਰੋਜਨਸ ਹੈ। ਉਹ ਕਿੰਨੇ ਸਿਗਨਲ ਦੇਣਗੇ, ਆਪਾਂ ਹੁਣੇ ਪੜ੍ਹ ਕੇ ਆਏ, ਇਕੁਈਵੇਲੈਂਟ ਪ੍ਰੋਟੋਨਸ ਕਿੰਨੇ ਸਿਗਨਲ ਦਿੰਦਾ, 1 ਸਿਗਨਲ ਦਿੰਦਾ ਹੈ। ਤਾਂ 6 ਪ੍ਰੋਟੋਨਸ ਦਾ ਕੀ ਆਏਗਾ, 1 ਸਿਗਨਲ ਆਏਗਾ। ਤਾਂ ਇੱਥੇ ਆਪਾਂ ਕੀ ਰੱਖੀ, ਪਹਿਲੀ ਨੀਂਵ ਰੱਖਤੀ NMR ਦੀ ਸਿਗਨਲ ਨਿਕਾਲਣ ਦੀ। ਠੀਕ ਹੈ ਜੀ, ਤਾਂ ਸਭ ਤੋਂ ਪਹਿਲੇ ਤੁਸੀਂ ਇਹ ਸਿੱਖਣਾ ਹੈ NMR ਦੇ ਅੰਦਰ ਕਿੰਨੇ ਪ੍ਰੋਟੋਨਸ ਤੋਂ ਕਿੰਨੇ ਸਿਗਨਲ ਆਉਂਦੇ ਪਏ। ਠੀਕ ਹੈ ਜੀ, ਤਾਂ ਇਹਦਾ ਮਤਲਬ ਆਪਾਂ ਨੂੰ ਪਤਾ ਲੱਗ ਗਿਆ ਕਿ ਇਹਦੇ ਅੰਦਰ ਕਿੰਨੇ तरह के इक्विवेलेंट प्रोटोन्स है, 6 तरह के इक्विवेलेंट प्रोटोन्स है। ठीक है, 6 प्रोटोन्स इक्विवेलेंट है, तो वो की देंगे, एक सिग्नल देंगे आपां नूं। ठीक है, नैक्सट अगर गल करिए आपां, इन्ना पता लग गया सारिआं नूं, किसी नूं कोई डाउट। ठीक है, नो सर। ठीक है, नैक्सट चलिए। सर कईयां दी ना क्लास ऐड नहीं हो रहे, बच्चे मैसेज आ रहे हैं ग्रुप चो काफियां दे, देखियो चेक करिए, प्रॉब्लम आ रही है, आस्क टू ज्वाइन आ रहे हैं बट तुसीं कोई क्लिक अच्छा करो। अच्छा, वेट। हाँ हो गए, गलती ना ऐड करने में भूल गया। 2 मिनट जी, वेट कर लो 2 मिनट।
ਚਲਦੇ ਆਪਾਂ। ਠੀਕ ਹੈ ਜੀ, ਇੰਨਾ ਪਤਾ ਲੱਗ ਗਿਆ ਸਾਰਿਆਂ ਨੂੰ। ਨੈਕਸਟ ਦੇਖੋ, ਨੈਕਸਟ ਅਗਰ ਆਪਾਂ ਗੱਲ ਕਰੀਏ, ਹੁਣ ਤੁਸੀਂ ਮੈਨੂੰ ਦੱਸਣਾ ਹੈ। ਦੇਖੋ ਝਿਜਕਣਾ ਨਾ ਪਲੀਜ਼, ਮੈਂ ਤੁਹਾਨੂੰ ਅਗੇਨ ਕਹਿ ਰਿਹਾ, ਪਲੀਜ਼ ਆਨਸਰ ਦੇ ਦੇਣਾ। ਕੋਈ ਚੀਜ਼ ਨਾ ਪਤਾ ਲੱਗੇ ਪੁੱਛ ਲੈਣਾ, ਠੀਕ ਹੈ, ਚਾਹੇ ਉਹ ਸਿੱਲੀ ਦਾ ਕੁਐਸਚਨ ਕਾਤੋਂ ਹੋਵੇ, ਪੁੱਛ ਲੈਣਾ ਪਲੀਜ਼। ਤਾਂ ਦੇਖੋ ਹੁਣ ਆਪਾਂ ਗੱਲ ਕਰੀਏ, ਸਭ ਤੋਂ ਪਹਿਲੇ ਤਾਂ ਇਹਦਾ ਨੇਮ ਕੀ ਹੋਏਗਾ। ਤਾਂ ਇਹਦਾ ਨੇਮ ਕੀ ਹੈ, 3 ਕਾਰਬਨਸ ਹੈ, ਨਾਲ ਨਾਲ ਆਪਾਂ ਬੇਸਿਕਸ ਵੀ ਕਰੀ ਜਾਂਦੇ। ਇਹਦਾ ਨੇਮ ਕੀ ਹੋਏਗਾ, ਪ੍ਰੋਪੇਨ ਹੋਏਗਾ। ਠੀਕ ਹੈ, 3 ਕਾਰਬਨਸ ਕੀ ਹੈ, ਹਾਈਡਰੋਕਾਰਬਨ ਹੈ। ਠੀਕ ਹੈ, ਤਾਂ ਪ੍ਰੋਪੇਨ ਹੈ। ਹੁਣ ਇਹਦੇ ਅੰਦਰ ਸਭ ਤੋਂ ਪਹਿਲੇ ਗੱਲ ਕਰੀਏ ਕਿ ਕਿੰਨੇ ਤਰ੍ਹਾਂ ਦੇ ਇਕੁਇਵੈਲੈਂਟ ਪ੍ਰੋਟੋਨਸ ਹੋਣਗੇ ਤੇ ਕਿੰਨੇ ਸਿਗਨਲ ਆਣਗੇ। ਠੀਕ ਹੈ ਜੀ, ਤਾਂ ਇਹਨੂੰ ਕੀ ਕਰਾਂਗੇ, ਸਭ ਤੋਂ ਪਹਿਲੇ ਫੇਰ ਉਹੀ ਖੋਲ ਕੇ ਲਿਖ ਲਾਂਗੇ। ਠੀਕ ਹੈ, ਹੁਣ ਦੱਸੋ ਕਿੰਨੇ ਤਰ੍ਹਾਂ ਦੇ ਇਕੁਇਵੈਲੈਂਟ ਪ੍ਰੋਟੋਨ ਹੈ। ਪਹਿਲੇ ਇੱਕ ਕਾਰਬਨ ਆਪਾਂ ਕੀ ਕਰਦੇ, C1 C2 C3, ਆਪਾਂ 3 ਕਾਰਬਨ ਮੈਂਸ਼ਨ ਕਰ ਲਏ। ਠੀਕ ਹੈ, ਨੰਬਰਿੰਗ ਮੈਂਸ਼ਨ ਕਰ ਲਈ। ਹੁਣ ਦੇਖੋ C1 ਦੇ ਨਾਲ ਕੌਣ ਜੁੜਿਆ, 3 ਪ੍ਰੋਟੋਨ ਜੁੜੇ ਹੋਏ ਹੈ। ਤਿੰਨੋਂ ਪ੍ਰੋਟੋਨ ਕਿਹਦੇ ਨਾਲ ਹੈ, C1 ਦੇ ਨਾਲ ਜੁੜੇ ਹੋਏ ਹੈ। ਤਾਂ ਇਹ ਤਾਂ ਗੱਲ ਦੇਖ ਕੇ ਪਤਾ ਲੱਗ ਗਈ ਕਿ ਤਿੰਨੋਂ ਪ੍ਰੋਟੋਨ ਕੀ ਹੈ, A ਕੈਟੇਗਰੀ ਦੇ ਹੈ। ਤਿੰਨੋਂ ਕੀ ਹੈ, ਇੱਕੋ ਵਰਗੇ ਹੈ, ਮਤਲਬ ਇਕੁਇਵੈਲੈਂਟ ਹੈ। ਹੁਣ ਦੇਖੋ ਜਿਹੜੇ ਤਿੰਨੋਂ A ਪ੍ਰੋਟੋਨ ਸੀਗੇ, 3 ਜਿਹੜੇ HA ਸੀਗੇ, ਉਹ ਕਿਹਦੇ ਨਾਲ ਜੁੜੇ ਆ, ਕਾਰਬਨ ਨਾਲ ਜੁੜੇ ਆ। ਉਹ C1 ਕਾਰਬਨ ਅੱਗੇ C2 ਇੱਕ ਕਾਰਬਨ ਦੇ ਨਾਲ ਜੁੜਿਆ ਹੋਇਆ ਹੈ। ਹੁਣ ਦੇਖੋ ਅਗਲੀ ਕੰਡੀਸ਼ਨ, ਜਿਹੜਾ ਆਹ ਵਾਲਾ ਪ੍ਰੋਟੋਨ ਹੈ, C2 ਦੇ ਪ੍ਰੋਟੋਨ ਹੈ, C2 ਦੇ ਪ੍ਰੋਟੋਨ ਅੱਗੇ ਕਿਹਦੇ ਨਾਲ ਜੁੜੇ ਹੈ, HB ਪ੍ਰੋਟੋਨ ਕਿਹਦੇ ਨਾਲ ਜੁੜੇ ਅੱਗੇ, ਕਾਰਬਨ ਦੇ ਨਾਲ। ਠੀਕ ਹੈ, C2 ਦੇ ਨਾਲ। ਉਹ C2 ਅੱਗੇ ਕਿਹਦੇ ਨਾਲ ਜੁੜਿਆ, C1 ਦੇ ਨਾਲ ਤੇ C3 ਦੇ ਨਾਲ। ਮਤਲਬ ਕੰਡੀਸ਼ਨ ਵੇਰੀ ਕਰ ਗਈ। ਜਿਹੜਾ HA ਦਾ ਪ੍ਰੋਟੋਨ ਸੀਗਾ ਉਹ ਕਿਹਦੇ ਨਾਲ ਜੁੜਿਆ ਸੀ, C1 ਦੇ ਨਾਲ, ਤੇ C1 ਅੱਗੇ C2 ਦੇ ਨਾਲ ਹੀ ਜੁੜਿਆ ਹੋਇਆ ਸੀ। ਬਟ C2 ਵਾਲਾ ਪ੍ਰੋਟੋਨ ਅੱਗੇ ਦੋਵਾਂ ਨਾਲ ਜੁੜਿਆ ਹੈ। ਮਤਲਬ ਜਿਹੜੇ ਆਹ ਪ੍ਰੋਟੋਨ ਹੈ ਇਹ ਥੋੜੇ ਵੱਖਰੇ ਕੈਟੇਗਰੀ ਦੇ ਹੋ ਗਏ A ਨਾਲੋਂ, ਤਾਂ ਇਹਨਾਂ ਨੂੰ B ਦਾ ਨਾਮ ਦੇਤਾ। ਠੀਕ ਹੈ, ਠੀਕ ਹੈ, ਬਿਲਕੁਲ ਬੇਸਿਕ ਤੋਂ ਕਰਵਾ ਰਿਹਾ ਮੈਂ। ਠੀਕ ਹੈ, ਨੈਕਸਟ ਦੇਖੋ, ਹੁਣ ਆਪਾਂ ਗੱਲ ਕਰੀਏ ਆਪਣੇ। ਇਹਦੇ ਚ ਸਰ 2 ਸਿਗਨਲ ਆਣਗੇ। ਹਾਂਜੀ ਹਾਂਜੀ ਮੈਮ, ਠੀਕ ਹੈ। ਦੇਖੋ ਮੈਂ ਤਾਂ ਆਪਣੇ ਵੱਲੋਂ ਕਰਵਾ ਰਿਹਾ, ਕਈਆਂ ਨੂੰ ਨਹੀਂ ਪ੍ਰੋਬਲਮ ਆ ਰਹੀ ਸੀ NMR ਦੇ ਵਿੱਚ। ਠੀਕ ਹੈ, ਮੈਂ ਤਾਂ ਬੇਸਿਕ ਤੋਂ ਕਰਵਾ ਰਿਹਾ। ਤਾਂ ਦੇਖੋ ਬਿਲਕੁਲ ਬਿਲकुल बिल्कुल बिल्कुल सर। ਹਾਂਜੀ ਹਾਂਜੀ, ਠੀਕ ਹੈ, ਇਹ ਨਾ ਸਮਝਣਾ। ਠੀਕ ਹੈ, ਕਿ ਕਿਸੇ ਨੂੰ ਕਿ ਬਹੁਤ ਸਲੋ ਹੋ ਗਿਆ ਸਿਲੇਬਸ ਤੁਹਾਡਾ, ਮੈਂ ਕੰਪਲੀਟ ਕਰਵਾਉਣਾ ਹੈ। ਠੀਕ ਹੈ, ਕਈ ਵਾਰੀ ਛੋਟੀ ਜੀ ਆਪਣੇ ਕੰਸੈਪਟ 'ਚ ਗਲਤੀ ਹੁੰਦੀ ਹੈ, ਤਾਂ ਇਸ ਕਰਕੇ ਸਿੱਖ ਲੈਣਾ। ਠੀਕ ਹੈ, ਤਾਂ ਇੱਧਰ ਦੇਖੋ ਜਿਹੜਾ ਆਪਣਾ ਤੀਜੇ C3 ਦੇ ਨਾਲ 3 ਪ੍ਰੋਟੋਨਸ ਹੈ। C3 ਦੇ ਪ੍ਰੋਟੋਨਸ ਨੂੰ ਆਪਾਂ ਕਹਿ ਦਈਏ H3। ਠੀਕ ਹੈ, H3 ਵਾਲੇ ਕਿਹਦੇ ਨਾਲ ਜੁੜੇ ਹੋਏ ਆ, C3 ਦੇ ਨਾਲ। C3 ਅੱਗੇ ਕਿਹਦੇ ਨਾਲ ਜੁੜਿਆ, C2 ਦੇ ਨਾਲ। ਮਤਲਬ ਜਿਹੜਾ ਕਾਰਬਨ C3 ਆ ਉਹ ਇੱਕ ਕਾਰਬਨ ਦੇ ਨਾਲ ਜੁੜਿਆ ਹੈ। ਤਾਂ ਮਤਲਬ ਉਹ C1 ਵਰਗੇ ਕੰਡੀਸ਼ਨ ਸ਼ੋ ਕਰ ਰਿਹਾ ਹੈ। ਤਾਂ ਮਤਲਬ ਜਿਹੜੇ H ਹੈਗੇ ਆ ਵਾਲੇ, ਇਹ ਕਿਹਦੇ ਵਰਗੇ ਹੈ, HA ਵਰਗੇ ਹੈਗੇ ਆ। ਮਤਲਬ HA ਦੇ ਇਕੁਇਵੈਲੈਂਟ ਹੈ। ਤਾਂ ਇਹਦਾ ਮਤਲਬ ਕੀ ਹੋਇਆ, ਇੱਥੇ ਕੀ ਹੈ ਆਪਣੇ ਕੋਲ 6 ਪ੍ਰੋਟੋਨਸ ਜਿਹੜੇ HA ਹੈ ਉਹ ਕੀ ਹੈ, ਇਕੁਇਵੈਲੈਂਟ ਹੈ। ਠੀਕ ਹੈ, ਇਕੁਇਵੈਲੈਂਟ ਹੈ, ਤਾਂ ਉਹ ਕਿੰਨੇ ਸਿਗਨਲ ਦੇਣਗੇ, ਇੱਕ ਸਿਗਨਲ ਦੇਣਗੇ। ਠੀਕ ਹੈ, ਤੇ ਜਿਹੜਾ HB ਹੈ, HB ਕਿੰਨੇ ਹੈ, ਪ੍ਰੋਟੋਨਸ 2 ਹੈ, ਉਹ ਕੀ ਆਪਸ ਇਕੁਇਵੈਲੈਂਟ ਹੈ, ਉਹ ਇੱਕ ਆਪਣਾ ਸਿਗਨਲ ਦੇਣਗੇ। ਠੀਕ ਹੈ, ਤਾਂ ਇਹਦਾ ਮਤਲਬ ਕੀ ਆਇਆ, ਆਪਣੇ ਕੋਲ ਕਿੰਨੇ ਸਿਗਨਲਸ ਆਣਗੇ, 2 ਸਿਗਨਲਸ ਆਣਗੇ। ਕਿਹਦੇ ਕਿਹਦੇ ਕਰਕੇ, ਇੱਕ 6 ਪ੍ਰੋਟੋਨਸ ਕਰਕੇ ਆਏਗਾ ਤੇ ਇੱਕ 2 ਪ੍ਰੋਟੋਨਸ ਕਰਕੇ ਆਏਗਾ। ਠੀਕ ਹੈ ਜੀ, ਪਤਾ ਲੱਗ ਗਿਆ। ਹੁਣ ਜੇ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੇ ਕਿ ਬੇਸਿਕ ਜੀ ਚੀਜ਼ ਦੱਸ ਰਹੇ ਆ, ਜੇ ਪੇਪਰ ਦੇ ਵਿੱਚ ਤੁਹਾਨੂੰ ਪੁੱਛ ਲੇ ਕਿ ਦੱਸੋ 2 ਸਿਗਨਲ ਤਾਂ ਆਣਗੇ, ਇੱਕ 6 ਪ੍ਰੋਟੋਨ ਦਾ, ਇੱਕ 2 ਪ੍ਰੋਟੋਨ ਦਾ, ਦੱਸੋ ਕਿਹੜਾ ਸਿਗਨਲ ਜ਼ਿਆਦਾ ਸ਼ਾਰਪ ਹੋਏਗਾ, ਕਿਹਦੀ ਪੀਕ। ਤੁਹਾਨੂੰ ਪਤਾ ਹੈ NMR ਕੀ ਹੈ, ਇਮਿਸ਼ਨ ਸਪੈਕਟਰਾ ਹੈ, ਉਹ ਇਸ ਤਰ੍ਹਾਂ ਦੀ ਪੀਕਸ ਆਉਂਦੀਆਂ। ਤਾਂ ਦੱਸੋ ਕਿਹੜਾ ਸਿਗਨਲ ਸ਼ਾਰਪ ਹੋਏਗਾ। ਤਾਂ ਹਮੇਸ਼ਾ ਯਾਦ ਰੱਖਣਾ, ਸਿਗਨਲ ਦੀ ਇੰਟੈਂਸਿਟੀ ਜਿਹੜੀ ਹੈ, ਸਿਗਨਲ ਇੰਟੈਂਸਿਟੀ ਜਿਹੜੀ ਹੈ ਉਹ ਕਿਹਦੇ ਤੇ ਡਿਪੈਂਡ ਕਰਦੀ ਹੈ, ਨੰਬਰ ਆਫ ਪ੍ਰੋਟੋਨਸ ਤੇ ਡਿਪੈਂਡ ਕਰਦੀ ਹੈ, ਕਿੰਨੇ ਪ੍ਰੋਟੋਨਸ ਦਾ ਸਿਗਨਲ ਹੈ। ਤਾਂ ਮੈਨੂੰ ਦੱਸੋ ਇਸ ਕੇਸ ਦੇ ਵਿੱਚ ਜਿਹੜੇ 2 ਸਿਗਨਲ ਆਏ, ਕਿਹੜਾ ਸਿਗਨਲ ਜ਼ਿਆਦਾ ਸ਼ਾਰਪ ਹੋਏਗਾ। 2 ਹਾਈਡਰੋਜਨ ਵਾਲਾ ਸਿਗਨਲ ਜ਼ਿਆਦਾ ਸ਼ਾਰਪ ਹੋਏਗਾ। ਮੈਮ 6 प्रोटॉन्स वाला। ਮੈਮ 6 ਪ੍ਰੋਟੋਨਸ ਵਾਲਾ ਹੁਣੇ ਤਾਂ ਦੱਸਿਆ, ਜਿੰਨੇ ਜ਼ਿਆਦਾ ਪ੍ਰੋਟੋਨਸ ਹੋਣਗੇ ਉਹਨਾਂ ਸਿਗਨਲ ਕੀ ਹੋਏਗਾ, ਸ਼ਾਰਪ। ਜਿਹੜਾ 6 ਪ੍ਰੋਟੋਨ ਦਾ 6 प्रोटॉन्स वाला। 6 ਪ੍ਰੋਟੋਨ ਦਾ ਸਿਗਨਲ ਕੀ ਹੋਏਗਾ, ਸ਼ਾਰਪ ਹੋਏਗਾ। ਉਹਦੀ ਪੀਕ ਕੀ ਹੋਏਗੀ, ਵੱਡੀ ਹੋਏਗੀ। ਠੀਕ ਹੈ, ਸ਼ਾਰਪ ਸਿਗਨਲ ਹੋਏਗਾ, ਕ੍ਰਿਸਪ ਐਂਡ ਕਲੀਅਰ। शार्प होएगा। ਠੀਕ ਹੈ ਜੀ, ਪਤਾ ਲੱਗ ਗਿਆ। जी सर। ਚਲੋ ਨੈਕਸਟ ਦੇਖੋ। जैसे हाँ जी।
ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ, NMR ਹੋਰ ਕੀ ਕੰਮ ਦੱਸਦੀ ਹੈ ਆਪਾਂ ਨੂੰ, ਕਿਸ ਬਾਰੇ ਦੱਸਦੀ ਹੈ, ਨੌਲੇਜ ਦਿੰਦੀ ਹੈ ਆਪਾਂ ਨੂੰ, ਨੰਬਰ ਆਫ ਪੀਕਸ ਬਾਰੇ ਨੌਲੇਜ ਦਿੰਦੀ ਹੈ, ਠੀਕ ਹੈ, ਕਿੰਨੀਆਂ ਪੀਕਸ ਬਣ ਰਹੀਆਂ ਇਸ ਬਾਰੇ ਆਪਾਂ ਨੂੰ ਦੱਸਦੀ ਹੈ, ਇਹਦੇ ਬਾਰੇ ਆਪਾਂ ਸਟੱਡੀ ਕਰਾਂਗੇ ਕਿੰਨੀਆਂ ਪੀਕਸ ਆਉਣਗੀਆਂ, ਠੀਕ ਹੈ। ਫਿਰ ਆਪਾਂ ਨੂੰ ਦੱਸੇਗੀ ਪੋਜੀਸ਼ਨ ਆਫ ਪੀਕਸ, ਪੀਕਸ ਕਿੱਥੇ ਕਿੱਥੇ ਬਣਦੀਆਂ ਪਈਆਂ, ਪੋਜੀਸ਼ਨ ਆਫ ਪੀਕਸ ਬਾਰੇ ਨੌਲੇਜ ਦਊਗੀ। ਫਿਰ ਉਸ ਤੋਂ ਬਾਅਦ ਆਪਾਂ ਨੂੰ ਕਿਹਦੇ ਬਾਰੇ ਨੌਲੇਜ ਦਿੰਦੀ ਹੈ, ਇੰਟੈਂਸਿਟੀ ਬਾਰੇ ਦਿੰਦੀ ਹੈ ਕਿ ਕਿਹਦੀ ਇੰਟੈਂਸਿਟੀ, ਹੁਣ ਤੱਕ ਆਪਾਂ ਕੀ ਕਰ ਲਿਆ, ਕੀ ਪੜ੍ਹ ਚੁੱਕੇ ਹਾਂ ਆਪਾਂ, ਤੇ ਸਿਗਨਲ ਬਾਰੇ ਦੱਸਦੀ ਕਿੰਨੇ ਸਿਗਨਲਸ ਹੈ, ਆਪਾਂ ਸਿਗਨਲ ਕਰ ਚੁੱਕੇ ਹਾਂ ਤੇ ਇੰਟੈਂਸਿਟੀ ਕਰ ਲਈ। ਇੰਟੈਂਸਿਟੀ ਦਾ ਮਤਲਬ ਜਿਹਦੇ ਜ਼ਿਆਦਾ ਪ੍ਰੋਟੋਨਸ ਹੋਣਗੇ ਉਹ ਜ਼ਿਆਦਾ ਸਿਗਨਲ ਕੀ ਹੋਏਗਾ, ਇੰਟੈਂਸ ਹੋਏਗਾ, ਤੇ ਸਿਗਨਲ ਆਪਾਂ ਨਿਕਾਲਣੇ ਸਿੱਖ ਲਏ। ਹੁਣ ਇਹਦੇ ਬੇਸ ਤੇ ਆਪਾਂ ਕੀ ਕਰਦੇ ਹਾਂ, ਇੱਕ ਕੁਐਸਚਨ ਕਰਦੇ ਹਾਂ ਜਿਹੜਾ ਤੁਹਾਡਾ ਪ੍ਰੀਵੀਅਸ ਪੇਪਰ ਦੇ ਵਿੱਚ ਆਇਆ ਹੋਇਆ ਹੈ, ਤਾਂ ਦੇਖ ਲਓ ਕੁਐਸਚਨ। ਆ ਦੇਖੋ ਜੀ ਕੁਐਸਚਨ ਦਿਖ ਰਿਹਾ ਸਾਰਿਆਂ ਨੂੰ, ਵਿਜ਼ੀਬਲ ਹੈ? यस सर। यस सर। हाँ जी, 2 मिनट, कौन ज्वाइन कर गया? आ देखो जी, हाँ हुण देखो जी क्वेश्चन की अपना क्वेश्चन आया हुआ ਤੁਹਾਡਾ ਪ੍ਰੀਵੀਅਸ, ਇਹ ਸ਼ਾਇਦ ਲੈਕਚਰਰ ਦੇ ਪੇਪਰ ਦਾ ਹੈ ਤੁਹਾਡਾ क्वेश्चन। ਕਿੰਨਾ ਈਜ਼ੀ क्वेश्चन ਆਇਆ, ਕਹਿੰਦਾ ਪ੍ਰੋਟੋਨ NMR ਸਪੈਕਟਰਮ ਆਫ ਅ ਮੋਲੀਕਿਊਲ ਗਿਵਸ ਇਨਫੋਰਮੇਸ਼ਨ ਅਬਾਊਟ, ਕਹਿੰਦਾ ਜਿਹੜਾ ਪ੍ਰੋਟੋਨ NMR ਹੈ, ਪ੍ਰੋਟੋਨ NMR ਮਤਲਬ 1H NMR ਜਿਹੜਾ ਹੈਗਾ ਆਪਣਾ, ਉਹ ਕਿਹਦੇ ਬਾਰੇ ਆਪਾਂ ਨੂੰ ਨੌਲੇਜ ਦਿੰਦਾ ਹੈ, ਦੱਸੋ। ਆਪਸ਼ਨ ਕੀ ਕੀ ਦਿੱਤੀਆਂ ਹੋਈਆਂ ਤੁਹਾਨੂੰ, ਆਪਸ਼ਨ ਹੈਗੀ ਹੈ ਨੰਬਰ ਆਫ ਪੀਕਸ ਬਾਰੇ ਨੌਲੇਜ ਦਿੰਦਾ ਹੈ, ਬਿਲਕੁਲ ਪੀਕਸ ਦੀ ਬਾਰੇ ਨੌਲੇਜ ਦਿੰਦਾ ਆਪਾਂ ਨੂੰ, ਕਿੰਨੀਆਂ ਪੀਕਸ ਆ ਰਹੀਆਂ, ਪੋਜੀਸ਼ਨ ਆਫ ਪੀਕਸ, ਪੀਕਸ ਦੀ ਪੋਜੀਸ਼ਨ ਬਾਰੇ ਵੀ ਆਪਾਂ ਨੂੰ ਦੱਸਦਾ ਹੈ। ਤੀਸਰਾ ਕੀ ਹੈ, ਇੰਟੈਂਸਿਟੀ ਕਿੰਨੀ ਇੰਟੈਂਸ ਹੈ ਉਹਦੇ ਬਾਰੇ ਵੀ ਆਪਾਂ ਨੂੰ ਨੌਲੇਜ ਦਿੰਦਾ ਹੈ। ਡੀ ਆਪਸ਼ਨ ਕੀ ਹੈ, ਆਲ। ਤਾਂ ਤਿੰਨੋਂ ਆਪਸ਼ਨ ਕੀ ਆਪਣੇ ਸਹੀ ਹੈ, ਤਾਂ ਇਹਦਾ ਮਤਲਬ ਕੀ ਆਏਗਾ, ਆਪਣਾ ਆਨਸਰ ਕਿਹੜਾ ਠੀਕ ਹੋਏਗਾ, ਆਲ ਵਾਲਾ। ਠੀਕ ਹੈ ਜੀ, ਆ ਤੁਹਾਡਾ ਲੈਕਚਰਰ ਦੇ ਵਿੱਚ ਆਇਆ ਹੋਇਆ NMR ਦਾ ਕਿੰਨਾ ਈਜ਼ੀ ਕੁਐਸਚਨ ਹੈ, ਠੀਕ ਹੈ, ਪਤਾ ਲੱਗਾ, ਡਾਇਰੈਕਟ ਕੁਐਸਚਨ ਹੈ, ਠੀਕ ਹੈ, ਪਤਾ ਲੱਗ ਗਿਆ ਸਾਰਿਆਂ ਨੂੰ, ठीक है, चलिए अगे। यस सर। चलो, यस सर। यस सर। नेक्स्ट देखो, नेक्स्ट है आप एग्जाम्पल करते हैं CH3 CBr2 CH3, ठीक है। ਹੁਣ ਆਪਾਂ ਨੂੰ ਕਿਹਾ ਜਾਂਦਾ ਪੇਪਰ ਦੇ ਵਿੱਚ ਸਿਗਨਲ ਦੱਸੋ 1H NMR ਦੇ, 1H NMR ਦੇ ਸਿਗਨਲ ਦੱਸਣੇ ਆ, ਮਤਲਬ ਆਪਾਂ ਹਾਈਡਰੋਜਨਸ ਕੱਲੇ ਪ੍ਰੋਟੋਨਸ ਨੂੰ ਹੀ ਕੰਸੀਡਰ ਕਰਨਾ ਹੈ। ਪ੍ਰੋਟੋਨਸ ਨੂੰ ਕੰਸੀਡਰ ਕਰਨ ਲਈ ਆਪਾਂ ਕੀ ਦੇਖਾਂਗੇ, ਕੱਲੇ ਪ੍ਰੋਟੋਨਸ ਦੇਖਾਂਗੇ, ਹਾਈਡਰੋਜਨ ਕਿੰਨੇ ਹਾਈਡਰੋਜਨਸ ਆ ਰਹੇ ਆ ਆਪਣੇ ਕੋਲ, सर वन सिग्नल। हाँ जी, वन सिग्नल आएगा। हाँ जी, वन सिग्नल आएगा। देखो किस तरह करांगे इनू, सब तो पहले बेसिक खोल के लिख लो, 6 इक्विवेलेंट प्रोटॉन्स। ਹੁਣ ਦੇਖੋ ਜਿਹੜਾ ਆ ਕਾਰਬਨ ਨੰਬਰਿੰਗ ਪਾ ਲਓ 1 2 3, ਠੀਕ ਹੈ। C1 ਦੇ ਨਾਲ 3 ਪ੍ਰੋਟੋਨਸ ਹੈ, ਤਾਂ ਇਹਦਾ ਮਤਲਬ ਇਹ ਤਾਂ ਇਕੁਇਵਲੈਂਟ ਹੋਣਗੇ, ਇਹ ਕੀ ਹੈ, ਇਹ ਕੈਟਾਗਰੀ ਦੇ ਸੇਮ ਹੋ ਗਏ। ਹੁਣ ਸੈਕਿੰਡ ਵਾਲੇ ਕਾਰਬਨ ਦੇ ਨਾਲ ਕੋਈ ਪ੍ਰੋਟੋਨ ਹੀ ਅਟੈਚ ਨਹੀਂ ਗਾ, ਤਾਂ ਇਸ ਕਰਕੇ ਥਰਡ ਵਾਲੇ ਕਾਰਬਨ ਨੂੰ ਦੇਖੋ, ਥਰਡ ਵਾਲੇ ਕਾਰਬਨ ਦੇ ਪ੍ਰੋਟੋਨਸ ਕੀ ਹੈ, ਆਪਸ 'ਚ ਇਕੁਇਵਲੈਂਟ ਹੈ, ਤਾਂ ਦੇਖੋ ਅੱਗੇ ਇਕੁਇਵਲੈਂਟ ਹੈ, ਤਾਂ C1 ਕੀ ਹੈ ਅੱਗੇ C2 ਨਾਲ ਅਟੈਚਡ ਹੈ, C3 ਵੀ ਕਿਹਦੇ ਨਾਲ ਅਟੈਚ ਹੈ, C2, ਤਾਂ ਇਹਦਾ ਮਤਲਬ ਕੀ ਹੋਏਗਾ, ਜਿਹੜੇ C3 ਦੇ ਪ੍ਰੋਟੋਨਸ ਹੈ ਉਹ ਵੀ ਕਿਹਦੇ ਨਾਲ ਇਕੁਇਵਲੈਂਟ ਹੋਣਗੇ, C1 ਦੇ ਪ੍ਰੋਟੋਨਸ ਦੇ ਨਾਲ, ਤਾਂ ਇਹਦਾ ਮਤਲਬ 6 ਹਾਈਡਰੋਜਨ ਦਾ ਕੀ ਆਏਗਾ, ਇੱਕ ਸਿਗਨਲ ਆਏਗਾ। ਪਤਾ ਲੱਗ ਗਿਆ, 6 ਹਾਈਡਰੋਜਨ ਦਾ ਕੀ ਆਏਗਾ ਆਪਣੇ ਕੋਲ, ਇੱਕ ਸਿਗਨਲ ਆਏਗਾ। ਠੀਕ ਹੈ ਜੀ, ਠੀਕ ਹੈ ਜੀ, ਪਤਾ ਲੱਗ ਗਿਆ। यस सर। ਨੈਕਸਟ ਦੇਖੋ, यस सर। यस सर। ਚਲੋ ਨੈਕਸਟ ਦੇਖੋ, ਉਹ ਕਹਿੰਦਾ ਐਸੀਟੋਨ ਐਸੀਟੋਨ ਦੇ ਸਿਗਨਲਸ ਦੱਸੋ। ਐਸੀਟੋਨ ਕੀ ਹੈ, ਸਭ ਤੋਂ ਪਹਿਲੇ ਪਤਾ ਹੋਣਾ ਚਾਹੀਦਾ CH3 सर CO। प्लीज ये बता दो CO3। रीजनिंग वगैरह आएगी या नहीं, रीजनिंग मेंटल एबिलिटी। हाँ जी मैम, मैम सर रीजनिंग एंड मेंटल एबिलिटी का पहले टेस्ट होगा, एप्टीट्यूड टेस्ट। एप्टीट्यूड टेस्ट।
कोई आइडिया नहीं है मैम, एक पेपर होना है 150 मार्क्स का, मेरे हिसाब से तो नहीं होगा क्योंकि 150 मार्क्स की केमिस्ट्री ही आएगी, लेक्चरर का पेपर है तो एप्टीट्यूड तो आएगा नहीं, बाकी पता नहीं आएगा इस बार, नहीं आएगा इस बार सर, पिछली बार आया था। हाँ हाँ नहीं आएगा इस बार, मोस्ट प्रॉब्ली नहीं आएगा, अगर आया भी तो बहुत कम वेटेज का आएगा क्योंकि लेक्चरर का पेपर है 150 क्वेश्चन तो टोटल 150 क्वेश्चन केमिस्ट्री सब्जेक्ट होंगे, हाँ हाँ जी हाँ जी, सब्जेक्ट के होंगे। सब्जेक्ट के 150 तो होंगे ना। ओनली 150 सब्जेक्ट। हाँ जी तो ठीक है क्योंकि जी। सर पिछली बारी तो ना आपका होता था एप्टीट्यूड टेस्ट भी, तो अभी इस बारी इस बार कैंसिल हो गया। मैम थोड़ा सा कर ले मैम, इसके लिए बड़ा कुछ पढ़ा है, यूट्यूब पे पढ़ी है वीडियोस बहुत ज़्यादा, जब आएगा आ जाएगा, आप तैयारी करते हैं ठीक है। तो देखो मैम एसीटोन देखो क्या है, CH3CO CH3, तो इसमें बताओ कितने सिग्नल्स आएंगे। हाँ जी मैम, इसमें भी वन सिग्नल आएगा। वन सिग्नल आएगा सर, 6 सारों इक्विवेलेंट प्रोटॉन्स। सारों को दिख गया ठीक है। प्रोटॉन देखने हैं अपन ने ठीक है, प्रोटॉन कितने हैं यहाँ पे, तीनों तीन प्रोटॉन्स है, वो आपस में क्या है इक्विवेलेंट, तो 6 प्रोटॉन्स का क्या आएगा, 1 सिग्नल आएगा ठीक है जी, क्लियर है। यस यस सर। नेक्स्ट देखो CH3 CH Cl CH3, अब इसमें कितने सिग्नल्स आएंगे, 2 इसमें 2 आएंगे। इसमें 2 two- सिग्नल्स, 6 इक्विवेलेंट प्रोटॉन और एक अलग। हाँ जी बिल्कुल जी ठीक है जी, इतना तो सारों को पता होगा। ये प्रोटॉन्स की है सेम है, मतलब 6 प्रोटॉन्स का एक सिग्नल आ गया, जो बीच वाला प्रोटॉन है वो क्या है, नॉन इक्विवेलेंट है, तो 1H का एक सिग्नल आ गया, तो मतलब इसके अंदर क्या आगे 2 सिग्नल्स आगे, तो इंटेंस कौन सा होगा, प्रोटॉन 6 प्रोटॉन्स वाला सिग्नल क्या होगा, इंटेंस होगा ठीक है जी, क्लियर है। यस चलो यस सर। नेक्स्ट देखो, अब आ जाओ काम की बात ठीक है। CH3CBr डबल बॉन्ड CH2, इसके अंदर बताओ कितने सिग्नल्स होंगे, मैं दोबारा लिख देता हूँ, 2 इसके अंदर कितने सिग्नल्स होंगे, 2 सिग्नल्स, 2 सिग्नल्स होंगे। इसके साथ आप क्या होगे, सारे गलत हो गए ठीक है। 2 सिग्नल आएंगे, मेरे को पता था सारे जल्दबाजी करोगे, 2 सिग्नल्स आएंगे, गलत हो गया ठीक है, 0 नंबर लग गया आपका, 1 नंबर फ्री का मिल जाना था। तो ये क्या है, कंसेप्ट आपने समझना है ठीक है, प्रीवियस आपके लेक्चरर में आया हुआ है सिग्नल आएंगे सर, 3 सिग्नल्स। इसमें कितने आएंगे, 3 सिग्नल्स आएंगे, किस तरह आएंगे तो देख लो। सीएसपी के एनवायरनमेंट अलग है, ठीक है। बीआर से एनवायरनमेंट अलग है। देखो हमेशा चीज याद रखना, जो डबल बॉन्ड हाँ होता जी है, सर, आप एक्सप्लेन कीजिए। हाँ जी प्लीज आप माइक ना सारे बंद कर लो, वो ना थोड़ी आवाज आती है ठीक है। तो ये क्या देखना था हमने, हम क्या देखते थे, अपना कंसेप्ट भूल जाते हैं कई बार, हमें थोड़ा ज्यादा आता है, आप कंसेप्ट भूल जाते हैं। कंसेप्ट क्या था हमारा NMR का, कि हम हर मॉलिक्यूल को खोल के लिखते थे, फिर इक्विवेलेंट नॉन इक्विवेलेंट चेक करते थे। तो खोल के लिखो CH3HH, तो ध्यान से देखो, ये तो अपने को साफ साफ दिख रहा है, जो 3 प्रोटॉन्स है CH3 वाले, वो तो आपस में क्या होंगे, इक्विवेलेंट होंगे, उसमें तो कोई शक नहीं है। ये तीनों प्रोटॉन्स का एक सिग्नल आएगा ठीक है, 3H का एक सिग्नल आएगा ठीक है, ये तो साफ साफ दिखाई दे रहा है। मेन अपन ने जल्दबाजी में क्या किया, ये दोनों प्रोटॉन्स को अपन ने क्या मान लिया, इक्विवेलेंट मान लिए, एक कैटेगरी के मान लिया, और 2 प्रोटॉन्स का एक सिग्नल निकाल दिया ठीक है, जो कि अपनी सबसे बड़ी गलती होगी। जब अपन ध्यान से देखें, यहां पे बीच में क्या है, डबल बॉन्ड है, अपन ने पढ़ा हुआ है डबल बॉन्ड की वजह से, इन डबल बॉन्ड रोटेशन इज रिस्ट्रिक्टेड, हिंडर्ड कह लो या रिस्ट्रिक्टेड कह लो। डबल बॉन्ड के अंदर रोटेशन पॉसिबल ही नहीं होती ठीक है, डबल बॉन्ड के अंदर बॉन्ड घूम नहीं सकता होता, तो जो ऊपर हाइड्रोजन है वो ऊपर ही रह जाता है, जो नीचे हाइड्रोजन है नीचे ही रह जाता है। तो इसको अगर मैं ध्यान से लिखूं, सही तरीके में लिखूं, कुछ इस तरह लिख सकता हूं, तो आपको शायद याद होगा, अगर नहीं याद, आप आइसोमेरिज्म पढ़ते थे, आइसोमेरिज्म में क्या होता था, जब डबल बॉन्ड और सिंगल डबल बॉन्ड आता था, तो अपने पास ज्योमेट्रिकल आइसोमेरिज्म का जन्म होता था। ज्योमेट्रिकल आइसोमेरिज्म क्या होती थी, सिस ट्रांस होती थी ठीक है। सिस और ट्रांस, वो किसकी वजह से आती थी, सिस और ट्रांस इस वजह से आती थी क्योंकि बॉन्ड रोटेट नहीं कर पाता था, जो चीज ऊपर रिस्ट्रिक्टेड रोटेशन, हाँ जी जो चीज ऊपर है वो ऊपर ही रह जाती थी, जो नीचे है नीचे ही रह जाती थी। तो अब ध्यान से देखो, ये वाले जो 3 प्रोटॉन्स है, पेन मैं कोई और कलर ले लेता हूं, ये 3 प्रोटॉन्स हैं, इनको A मान लो ठीक है। ये वाला जो प्रोटॉन है, इसके सामने कौन है, Br है
ठीक है, ये वाला प्रोटोन है, इसके सामने कौन है, CH3। तो इसका मतलब क्या हुआ, ये दोनों प्रोटोन क्या हुए, नॉन इक्विवेलेंट हो गए। ये बी कैटेगरी का हो गया, ये सी कैटेगरी का हो गया। तो इसका मतलब सिग्नल कितने आए, सिग्नल कितने आए इसके अंदर, 3 सिग्नल आ गए। तो 3 सिग्नल कौन कौन से अगर लिखें, 3 HA आए, जो जिनको अपन ए नाम दिया है। 3 प्रोटॉन्स ए की वजह से एक सिग्नल आया है, एक सिग्नल HB की वजह से आया है, और एक सिग्नल HC की वजह से आया है। पता लग गया? किसी को इसमें डाउट कि किस तरह 3 सिग्नल आए हैं, 2 नहीं आए? नो सर। नो सर। बाकी भी ठीक है। अब मेरे को बताओ इसके अंदर कितने सिग्नल्स? 2 1 1 सर। गलती ना करो मैम, 1 सर 1 बिकॉज देयर इज सिंगल बॉन्ड। ठीक है। ये क्या है, 3 प्रोटॉन्स, ये भी 3 प्रोटॉन्स, तीनों क्या है आपस में इक्विवेलेंट। पेपर में ठीक है मैम 2 क्वेश्चन आने हैं NMR के, गलत ना कर देना, खोल के लिखाना, ठीक है, खोल के कर लेना, ठीक है। पिछले कार्बन ਦੇ ਸਰ ਹਾਈਡਰੋਜਨ ਕੰਪਲੀਟ ਨਹੀਂ ਕਿਹੜੇ ਮੈਮ? सेकंड कार्बन ਟਰ ਵਾਲੇ ਕਾਰਬਨ ਦੇ ਹਾਈਡਰੋਜਨ ਕੰਪਲੀਟ ਨਹੀਂ ਉਹ ਉਹਦਾ ਵੀ ਸੌਰੀ, ਸਿਗਨਲ ਹਾਂ ਆਏਗਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਤੁਸੀਂ ਉਹਨੂੰ ਕੰਸੀਡਰ ਕੀਤਾ ਸੀ? ਨਹੀਂ ਹਾਂਜੀ ਤੁਸੀਂ, ਨਹੀਂ ਉਹਨੂੰ ਕੰਸੀਡਰ ਨਹੀਂ ਕੀਤਾ ਉਸ ਤੋਂ ਇਲਾਵਾ ਹਾਂ ਤੁਸੀਂ ਉਸ ਹਿਸਾਬ ਨਾਲ ਤਾਂ 3 ਬਣਾ ਦੇਣੀ ਸੀ। ਚਲੋ ਕੋਈ ਨਹੀਂ, ਠੀਕ ਹੈ। ਠੀਕ ਹੈ ਜੀ, ਕੀ ਕਹਿੰਦੇ ਆ, ਮੈਂ ਇੱਕ ਹਾਈਡਰੋਜਨ ਨਹੀਂ ਲਗਾਇਆ, ਜੇ ਲਗਾ ਦਿੰਨੇ ਆ ਤੇ 2 ਸਿਗਨਲਸ ਆਣਗੇ, ਠੀਕ ਹੈ। ਤਾਂ ਮੇਨ ਗੱਲ ਜਿਹੜੀ ਸੀਗੀ, ਆ ਜਿਹੜੇ ਦੋਵੇਂ ਪ੍ਰੋਟੋਨਸ ਹੈ, 6 ਪ੍ਰੋਟੋਨਸ ਦਾ ਕੀ ਆਏਗਾ, ਇੱਕ ਸਿਗਨਲ ਆਏਗਾ, ਤੇ HB ਦਾ ਕਿੰਨਾ ਆਏਗਾ, ਇੱਕ HB ਦਾ ਇੱਕ ਸਿਗਨਲ ਆਏਗਾ, 2 ਸਿਗਨਲ ਆਣਗੇ, ਠੀਕ ਹੈ। ਪਤਾ ਲੱਗ ਗਿਆ ਸਾਰਿਆਂ ਨੂੰ? यस सर। जी सर। ਚਲੋ ਹੁਣ ਇਹਦੇ ਤੇ ਆਪਾਂ ਪ੍ਰੀਵੀਅਸ ਈਅਰ ਕੁਐਸਚਨ ਦੇਖ ਲੈਂਦੇ ਆ। ਸੇਮ ਕੁਐਸਚਨ ਆਇਆ ਹੋਇਆ ਹੈ। ਕੁਐਸਚਨ ਕਿਹੜਾ ਸੀ? दो मिनट। हाँ देखो, आ क्वेश्चन देखो, क्वेश्चन देखो एवरीवन, ये सॉल्व करो। पेपर च आया हो, ये तो शायद 4 सिग्नल्स मास्टर केडर दवा दवा आंसर आया। क्यों? क्योंकि हुने मास्टर केडर गया, सारे ने सॉल्व किया होना ये वाला। सर 4 ठीक है जी। तो एक ही अपने को CH3 CH डबल बॉन्ड CH2, तो इनू खोल के लिखना सीगा CH3 एक H इधर डबल बॉन्ड कार्बन, आ हाइड्रोजन ते आ हाइड्रोजन, ठीक है जी। जे आप गल करिए नॉन इक्विवेलेंट प्रोटॉन्स दी, तो देख के पता लग रहा है जेडे आ 3 प्रोटॉन्स है एक कैटेगरी दे होणगे, आ वाला प्रोटॉन B कैटेगरी दा होएगा। हुण ए वाला जेड़ा प्रोटॉन है, इहदे सामने कौन है, मिथाइल है, तो ये C कैटेगरी दा हो गया। ये जेड़ा प्रोटॉन है, इहदे सामने कौन है, हाइड्रोजन है, तो ये केड़ा हो गया, D कैटेगरी दा हो गया। तो इहदे अंदर किन्ने तरह दे प्रोटॉन्स है, 4 तरह दे प्रोटॉन्स है। 4 तरह दे प्रोटॉन किन्ने सिग्नल देंगे, 4 सिग्नल देंगे। जे आप डिवाइड करिए तो 3 HA दा एक सिग्नल आ रहा है, एक HB दा एक सिग्नल आ रहा है, एक HC दा भी एक सिग्नल आ रहा है, तो एक HD दा भी एक सिग्नल आ रहा है, ठीक है जी। तो इसका आंसर की आ जाना सी 4 काइंड्स, तुहाडा सही आंसर सीगा, ठीक है जी। पता लग गया? यस सर। चलो नेक्स्ट देखो। नेक्स्ट देखो, मैं लिख रहा कंपाउंड CH3 CHCl CH2Cl, ਇਹਦੇ ਅੰਦਰ ਕਿੰਨੇ ਸਿਗਨਲਸ ਹੋਣਗੇ ਜਲਦੀ? 3 सिग्नल्स ਇਹਦੇ ਅੰਦਰ ਕਿੰਨੇ ਹੋਣਗੇ? 3 2 ਹੋਰ ਬਾਕੀ ਜਿਹਨੇ ਵੀ ਬਾਕੀ ਜਿਹਨੇ ਕੀ ਕਰ ਰਹੇ ਹੋ, ਤੁਸੀਂ ਵੀ ਨਾਲ ਨਾਲ ਆਨਸਰ ਦਿਓ ਸਾਰੇ। 3 3 सर 3 4 4
4 3 signals. ਚਲੋ ਇਹਦੇ ਅੰਦਰ ਕਿੰਨੇ ਸਿਗਨਲ ਆਣਗੇ ਚੈੱਕ ਕਰਦੇ ਆ। ਦੇਖੋ ਹੁਣ ਇਹਦੇ ਵਿੱਚ ਕਈਆਂ ਨੇ ਮਿਕਸ ਕਰਤਾ ਹੋਣਾ ਕਨਸੈਪਟ, ਦੇਖ ਲਓ Cl H ਹੁਣ ਧਿਆਨ ਨਾਲ ਦੇਖਣਾ। ਦੇਖੋ ਆ 3 ਪ੍ਰੋਟੋਨਸ ਹੈ, ਇਹਦੇ ਤਾਂ ਕੋਈ ਸ਼ੱਕ ਨਹੀਂ ਇੱਕੋ ਕੈਟੇਗਰੀ ਦੇ ਹੋਣਗੇ, ਠੀਕ ਹੈ। HA ਆ ਜਿਹੜਾ ਪ੍ਰੋਟੋਨ ਹੈ ਇਹ ਇਕੱਲਾ ਪਿਆ ਹੋਇਆ, ਇਹ B ਕੈਟੇਗਰੀ ਦਾ ਹੋਏਗਾ। ਹੁਣ ਕਈਆਂ ਨੇ ਕੀ ਕੀਤਾ ਹੋਣਾ ਹੈ, ਮੈਂ ਤੁਹਾਨੂੰ ਦੱਸਦਾ, ਕਈਆਂ ਨੇ ਕਿਹਾ ਹੋਣਾ ਹੈ ਕਿ ਆ ਜਿਹੜਾ ਪ੍ਰੋਟੋਨ ਹੈ ਇਹਦੇ ਸਾਹਮਣੇ ਕੀ ਹੈ, ਹਾਈਡਰੋਜਨ ਪਿਆ ਹੈ, ਇਹ C ਕੈਟੇਗਰੀ ਦਾ ਬਣ ਗਿਆ। ਜਿਹੜਾ ਆ ਪ੍ਰੋਟੋਨ ਹੈ ਇਹਦੇ ਸਾਹਮਣੇ ਕੌਣ ਪਿਆ ਹੈ, ਕਲੋਰੀਨ, ਇਹ D ਪ੍ਰੋਟੋਨ ਬਣ ਗਿਆ। ਤਾਂ ਕਈਆਂ ਨੇ ਜਿਹੜੇ 4 ਸਿਗਨਲ ਵਾਲੇ ਆ ਉਹਨਾਂ ਨੇ ਇਸ ਤਰ੍ਹਾਂ 4 ਸਿਗਨਲ ਕੱਢ ਲਏ। ਹੁਣ ਧਿਆਨ ਨਾਲ ਦੇਖੋ ਆ ਜਿਹੜਾ ਵਿੱਚ ਕੀ ਹੈ, ਸਿੰਗਲ ਬੌਂਡ। ਸਿੰਗਲ ਬੌਂਡ ਕੀ ਹੈ, ਰੋਟੇਟ ਕਰ ਸਕਦਾ ਹੁੰਦਾ ਹੈ। ਸਿੰਗਲ ਬੌਂਡ 'ਚ ਕੀ ਹੁੰਦੀ ਹੈ, ਰੋਟੇਸ਼ਨ ਪੋਸੀਬਲ ਹੁੰਦੀ ਹੈ। ਤਾਂ ਇਹਦਾ ਮਤਲਬ ਕੀ ਹੈ, ਉੱਤੇ ਵਾਲਾ C ਨੀਚੇ ਆ ਸਕਦਾ ਹੈ, ਨੀਚੇ ਵਾਲਾ D ਉੱਤੇ ਆ ਸਕਦਾ ਹੈ। ਤਾਂ ਮਤਲਬ ਜਿਹੜੇ ਆ ਪ੍ਰੋਟੋਨ ਆਪਾਂ ਲਿਖੇ ਹੈ C ਤੇ D ਵਾਲੇ ਪ੍ਰੋਟੋਨ ਕੀ ਹੈ, ਆਪਸ ਇਕੁਇਵੈਲੈਂਟ ਹੈ, ਮਤਲਬ ਇੱਕੋ ਕੈਟੇਗਰੀ ਦੇ ਹੈ। ਤਾਂ ਇਹ ਦੋਵੇਂ ਪ੍ਰੋਟੋਨ ਕੀ ਹੋਣਗੇ, C ਕੈਟੇਗਰੀ ਦੇ ਹੋਣਗੇ। ਪਤਾ ਲੱਗ ਗਿਆ। ਤਾਂ ਇਹਦੇ 4 ਸਿਗਨਲ ਨਹੀਂ 3 ਸਿਗਨਲ ਆਣਗੇ, ਠੀਕ ਹੈ ਜੀ। ਹਮੇਸ਼ਾ ਯਾਦ ਰੱਖਣਾ ਡਬਲ ਬੌਂਡ ਦੇ ਅਰਾਊਂਡ ਹੀ ਰੋਟੇਸ਼ਨ ਇਨਹਿਬਿਟਡ ਹੁੰਦੀ ਹੈ, ਸਿੰਗਲ ਬੌਂਡ ਦੇ ਅਰਾਊਂਡ ਰੋਟੇਸ਼ਨ ਪੋਸੀਬਲ ਹੁੰਦੀ ਹੈ, ਠੀਕ ਹੈ। ठीक है जी 3 सिग्नल हाँ जी सर CH2 डबल बॉन्ड CH2 के कितने सिग्नल्स आएंगे 1 और 2 किसके इथीन में CH2 डबल बॉन्ड CH2 हाँ, इथीन इसके अंदर मैम वन देखो सिग्नल और हाँ, 1 सिग्नल आएगा। क्यों 1 सिग्नल आएगा मैम, देखो C डबल बॉन्ड C H H H H सारों के सामने सेम एनवायरनमेंट है, तो चारों प्रोटॉन्स क्या है, इक्विवेलेंट है, तो 1 सिग्नल देंगे वो, ठीक है। चलो फिर ये करके देखो। अब इथीन वाली बात छेड़ी आपने, CH2 डबल बॉन्ड CHBr, इसके देखो कितने सिग्नल्स आएंगे। हाँ जी 3 2 सिग्नल्स देखो खोल के देख लो। यस सर बाकी 3 सिग्नल आएंगे। बाकी भी बोलो। 3 आएंगे सर 3 3 2 सर नीतिका मैम आप ज्वाइन किए हुए हो? 3 सिग्नल यस सर चलो देख लो C डबल बॉन्ड C H Br H H, ठीक है जी। अब देखो अगर अब क्या कह रहे हैं आप, अपने पास बीच में क्या है, डबल बॉन्ड। डबल बॉन्ड के अराउंड रोटेशन क्या है, इनहिबिटेड, मतलब ऊपर वाला H ऊपर रह जाएगा, नीचे वाला नीचे रह जाएगा। अब देखो ऊपर वाले H के सामने क्या है, H पड़ा है, ठीक है। नीचे वाले H के सामने क्या है, Br पड़ा है, ठीक है जी। तो ये कौन सी कैटेगरी का A हो गया, ये B कैटेगरी हो गया, ठीक है। ये वाले H के साथ कौन पड़ा है, Br पड़ा है। इन वाले H के साथ आपस में कौन थे, H थे, तो ये C कैटेगरी का हो गया। तो इसके अंदर 3 तरह के प्रोटोन है, HA HB HC। तो कितने सिग्नल आएंगे हमारे पास, 3 सिग्नल आएंगे। अब पेपर में पूछ ले इंटेंसिटी क्या है, तो इक्वल इंटेंसिटी के आएंगे, ठीक है। ठीक है जी पता लग गया। यस सर यस सर नेक्स्ट देखो, नेक्स्ट आ गया बेंजीन। बेंजीन के अंदर कितने सिग्नल्स होंगे, 1 सिग्नल। बेंजीन के अंदर कितने सिग्नल्स होंगे, 1 सिग्नल 1 सिग्नल, ठीक है। बेंजीन के अंदर कितने प्रोटॉन्स होते हैं, अगर ये पूछ लेता, 6 इक्विवेलेंट प्रोटॉन 6 इक्विवेलेंट प्रोटॉन्स होंगे। 6 इक्विवेलेंट प्रोटॉन का क्या होगा, 1 सिग्नल होगा, ठीक है जी। उसके बाद अगर मैं कहूं, ये तो हो गया बेंजीन का, ठीक है। अगर बात करूं मैं क्लोरोबेंजीन की, ठीक है, ध्यान से देखना। अब क्लोरोबेंजीन के अंदर वो पूछ ले कि बेंजीन और क्लोरोबेंजीन में से दोनों में से किसका सिग्नल इंटेंस होगा, आप बताओ। सर बेंजीन क्यों बेंजीन, बेंजीन का, क्योंकि सब 6 प्रोटॉन्स की वजह से प्रोटॉन सेम टाइम ज्यादा है क्योंकि सेम आपा क्या कहेंगे कि जो क्लोरोबेंजीन है उसके अंदर प्रोटॉन्स कितने हैं, 5 प्रोटॉन्स हैं, 5 प्रोटॉन्स हैं। बेंजीन में 6 ठीक है। अब 1 2 3 अब ठीक है, ये तो अपने को पता लग गया। बेंजीन का सिग्नल क्या होगा, शार्प होगा एज कंपेयर टू क्लोरोबेंजीन। अब ये बताओ कि क्लोरोबेंजीन के अंदर
क्लोरोबेंजीन के अंदर कितने तरह के सिग्नल आएंगे? 3 Two टाइप्स types. 2 types. 2. हाँ जी, सर 3 2 types. 5 सिग्नल्स आएंगे. 3 टाइप्स 3 टाइप्स चलो देखते हैं अपन, ठीक है। 5 टाइप्स वाला तो जमा ही गलत है। 5 टाइप्स किस तरह हो जाएंगे? 3 टाइप तो देखो 2 sir. 2. ध्यान से देखना, पहले अपन समझ लेते हैं, फिर मैं आपको शॉर्टकट बता दूंगा, ठीक है। सबसे पहले देख लो, ये वाला प्रोटॉन और ये वाला प्रोटॉन, इस प्रोटॉन के आगे क्या है? कार्बन है। इस वाले प्रोटॉन के आगे भी कार्बन है। वो कार्बन आगे कार्बन के साथ, वो कार्बन आगे कार्बन के साथ, ठीक है। इधर भी सेम एनवायरनमेंट। तो इसका मतलब ये वाले दोनों प्रोटॉन सिमिलर वे में है, मतलब ये क्या है? सेम कैटेगरी के हैं, इक्विवेलेंट प्रोटॉन, ठीक है जी। अब देखो ये वाला प्रोटॉन, ये वाला प्रोटॉन के थर्ड पोजीशन पे क्या? क्लोरीन लगा है। इस वाले प्रोटॉन के भी थर्ड पोजीशन पे क्या लगा है? क्लोरीन लगा है। तो ये एक कैटेगरी के हो गए, ठीक है। अब ये वाला प्रोटॉन देखो अकेला रह गया। इसके क्या है? फोर्थ पोजीशन पे क्या लगा है? क्लोरीन ग्रुप लगा है। ये कौन सा हो गया? सी कैटेगरी का हो गया। तो इसके अंदर कितने सिग्नल्स होंगे? 3 सिग्नल्स होंगे, ठीक है। सिग्नल्स 2 HA का एक सिग्नल, 2 HB का एक सिग्नल और HC का एक सिग्नल, ठीक है सी जी। का एक सिग्नल। ठीक है जी, पता लग गया? यस यस सर। चलो ठीक है जी। ये तो हो गया कि अगर आपके पास, प्लीज माइक ऑफ कर लो, ठीक है। ये तो हो गया हमारा कि सिंपल, अगर आपके पास बेंजीन के ऊपर एक सब्स्टिट्यूएंट लगा है, ठीक है। अब आपको पता होगा अगर बेंजीन के ऊपर 2 सब्स्टिट्यूएंट लगे होते हैं तो वो क्या बन जाता है? ऑर्थो, पैरा और मेटा, ठीक है। अभी तक क्वेश्चन तो नहीं आया, लेक्चरर केडर में पूछा जा सकता है कि बताओ ऑर्थो क्लोरोबेंजीन में, ऑर्थो क्लोरोटोलुइन में कितने सिग्नल्स होंगे या कुछ ऐसा कोई, ठीक है। तो देख लो, अगर मैं बनाऊं 1,2 डाइक्लोरोबेंजीन है ये मेटा पोजीशन पे हो गया और ये पैरा पे हो गया, ठीक है जी। अब तीनों में अपन ने डिस्कस करने कितने तरह के सिग्नल्स होंगे। करोगे सॉल्व? हाँ जी, सर 2 Yes, sir. टाइप्स। सारे कर लो सॉल्व, तीनों कर लो। ओके ऑर्थो में 2 टाइप्स के सिग्नल है. कर लो सॉल्व पहले तीनों। पैरा वाले में एक सिग्नल आएगा 4 इक्विवेलेंट प्रोटॉन्स का। देन मेटा में 1 2 3, ऑर्थो में 2, मेटा में 3, पैरा में मेटा में 3, पैरा में 1। हाँ जी, 2 मिनट। सारों ने कर पैरा लिया? में एक सिग्नल होएगा, मेटा में यस 3। सर 2 3 1। 2 मिनट जी, आधे हमारे ज्वाइन ही नहीं कर पा रहे। सारों को दिखाई तो दे रहा ना? कईयों को प्रॉब्लम आ रही है। यस सर इट्स विजिबल। हाँ जी, चलो। नहीं होगा एनएमआर आज होना नहीं अपना बिल्कुल भी, मेरे को तो। चलो देख लो, देखो किस तरह आप करेंगे। सिग्नल अपन ने क्या देखने हैं? सबसे पहले इक्विवेलेंट प्रोटॉन देखने। इक्विवेलेंट प्रोटॉन देखने के लिए सबसे बढ़िया तरीका क्या है? बेंजीन के अंदर क्या करो, एक लाइन ड्रॉ कर लो। वो लाइन कुछ इस तरह ड्रॉ करनी है कि इक्वली डिवाइड करे बेंजीन रिंग को, ठीक है, बराबर बीच सेंटर में से। तो देखो अगर इस तरह आप काट लेते हैं बेंजीन को तो इक्वल हाफ में नहीं कट जाएगी बेंजीन, ठीक है जी, इक्वल हाफ में कट जाएगी बेंजीन। हाँ तो जी देखो सर। यहाँ पे एक प्रोटॉन होगा और यहाँ पे प्रोटॉन होगा, वो दोनों आपस में क्या होंगे? इक्विवेलेंट होंगे, ठीक है। यहाँ पे एक प्रोटॉन होगा और यहाँ पे प्रोटॉन होगा, वो आपस में इक्विवेलेंट होंगे। तो कितने सिग्नल्स आए? 2 सिग्नल्स आए, ठीक है जी, ठीक है। यस सर यस सर। अब देखो ये वाली बेंजीन रिंग यहाँ से काटी जा सकती है। अब प्रोटॉन्स लगाओ, ये वाला प्रोटॉन यहाँ पे, ये 2 लग गए और एक 3 यहाँ पे लग गया। अब देखो ये वाला जो प्रोटॉन है ये 2 क्लोरीन के बीच में पड़ा है, ये एक तरह का होगा। ये दोनों प्रोटॉन सेंटर वाली लाइन से इक्वल डिस्टेंस पे है, तो ये दोनों एक कैटेगरी के होंगे। अब जो तीसरा ये प्रोटॉन रहा, ये अलग सी टाइप का है, ये कौन सी? सी कैटेगरी का होगा। तो कितने तरह के प्रोटॉन्स है? 3 तरह के। 3 टाइप का। तो सिग्नल कितने आएंगे? 3 टाइप्स। 3 सिग्नल आएंगे, ठीक है जी। अब देखो यहाँ पे क्या करना है? बेंजीन को इस तरह काटना है कि 2 पार्ट्स में डिवाइड हो जाए। काट दिया। अब देखो
Same environment. ये एक प्रोटॉन, ये प्रोटॉन, ठीक है, क्या होगा, इक्विवेलेंट, ये भी सेम, ये भी सेम, ये भी सेम ही होगा, ठीक है। तो इसके अंदर कितने सिग्नल आएंगे, एक ही सिग्नल आएगा, ठीक है, एक सिग्नल रहेगा। ठीक है जी, पता लग गया। 2 3 1। यस सर। ये क्या था जी, आपका बेंजीन का हो गया, ठीक है। अब अपन नेक्स्ट देखते हैं। सर मेटा वाला क्लियर करना। हाँ जी, ये मेटा वाला मेटा वाला दोबारा करामा, हाँ जी देख लो मैम। रिपीट कर। हाँ जी, हाँ जी, हाँ जी, करवा देना। देखो ਆ ਮੈਟਾ ਪੋਜੀਸ਼ਨ ਹੈ, ਠੀਕ ਹੈ। ਮੈਟਾ ਪੋਜੀਸ਼ਨ ਤੇ ਅਗਰ ਗੱਲ ਕਰੀਏ, ਮੈਂ ਕੀ ਕਿਹਾ ਤੁਹਾਨੂੰ, ਕੀ ਕਰਨਾ, ਤੁਸੀਂ ਪਲੇਨ ਦੇ ਵਿੱਚ ਡਿਵਾਈਡ ਕਰ ਦੇਣਾ ਹੈ। ਇਸ ਤਰ੍ਹਾਂ ਬੈਂਜ਼ੀਨ ਰਿੰਗ ਕੱਟਣੀ ਹੈ ਕਿ ਉਹ ਦੋ ਹਾਫਸ ਦੇ ਵਿੱਚ ਬਰਾਬਰ ਹਾਫਸ ਦੇ ਵਿੱਚ ਕੱਟੀ ਜਾਵੇ, ਠੀਕ ਹੈ। ਤਾਂ ਦੇਖੋ ਪ੍ਰੋਟੋਨ ਕਿੱਥੇ ਕਿੱਥੇ ਲੱਗੇ ਹੋ ਸਕਦੇ, ਇੱਕ ਪ੍ਰੋਟੋਨ ਇੱਥੇ ਹੋਏਗਾ, ਇੱਕ ਪ੍ਰੋਟੋਨ ਇੱਥੇ, ਇੱਕ ਪ੍ਰੋਟੋਨ ਇੱਥੇ ਤੇ ਇੱਕ ਪ੍ਰੋਟੋਨ ਇੱਥੇ। ਇਹ ਵਾਲਾ ਪ੍ਰੋਟੋਨ ਦੇਖੋ ਦੋ ਕਲੋਰੀਨ ਦੇ ਵਿਚਕਾਰ ਹੈ, ਇਹ ਇੱਕ ਅਲੱਗ ਟਾਈਪ ਦਾ, ਆਪਾਂ ਇਹਨੂੰ ਏ ਕੈਟਾਗਰੀ ਮੰਨ ਲਈ। ਇਹ ਵਾਲੇ ਦੋ ਪ੍ਰੋਟੋਨ ਜਿਹੜੇ ਹੈ, ਇਹ ਜਿਹੜੀ ਸੈਂਟਰ ਵਾਲੀ ਲਾਈਨ ਤੋਂ ਇਕੁਅਲ ਡਿਸਟੈਂਸ ਤੇ ਪਏ ਹੈ, ਤੇ ਇਹਦਾ ਮਤਲਬ ਕੀ ਹੈ, ਦੋਵੇਂ ਕੀ ਹੈ, ਸੇਮ ਕੈਟਾਗਰੀ ਦੇ, ਬੀ ਕੈਟਾਗਰੀ ਮੰਨ ਲਈ। ਹੁਣ ਜਿਹੜਾ ਇਹ ਵਾਲਾ ਪ੍ਰੋਟੋਨ ਹੈ, ਇਹ ਪ੍ਰੋਟੋਨ ਨੂੰ ਮੈਂ ਕੀ ਕਿਹਾ, ਇਹ ਕਿਹੜੀ ਕੈਟਾਗਰੀ ਦਾ, ਇਹ ਅਲੱਗ ਜੀ ਕਾਈਂਡ ਦਾ ਹੀ ਹੈ, ਕਿਸੇ ਨਾਲ ਨਹੀਂ ਰਲਦਾ ਪਿਆ, ਇਹਨੂੰ ਸੀ ਕੈਟਾਗਰੀ ਦਾ ਕਹਿਤਾ। ਤਾਂ ਦੱਸੋ ਤੁਸੀਂ, ਤਿੰਨ ਤਰ੍ਹਾਂ ਦੇ ਪ੍ਰੋਟੋਨ ਹੋ ਗਏ, HA ਇੱਕ ਹੈ, 2 HB ਹੈ ਆਪਣੇ ਕੋਲ, ਤੇ 1 HC ਹੈ ਆਪਣੇ ਕੋਲ। ਕਿੰਨੇ ਤਰ੍ਹਾਂ ਦੇ ਪ੍ਰੋਟੋਨ ਹੈ, ਨॉन ਇਕੁਇਵਲੈਂਟ 3 ਤਰ੍ਹਾਂ ਦੇ ਆ, ਤੇ ਸਿਗਨਲ ਕਿੰਨੇ ਆਣਗੇ ਆਪਣੇ ਕੋਲ, 3 ਸਿਗਨਲਸ ਆ ਗਏ, ਠੀਕ ਹੈ ਜੀ। ठीक है मैम, पता लग गया। ओके सर, हाँ जी सर। चलो नेक्स्ट देखो। CH3O CH2 CH3 ਇਹਦੇ ਅੰਦਰ ਜਲਦੀ ਦੱਸ ਦਿਓ ਕਿੰਨੇ ਸਿਗਨਲ ਆਣਗੇ। सर 3। ਇਹਦੇ ਅੰਦਰ ਕਿੰਨੇ ਆਣਗੇ, 3 ਸਿਗਨਲ। 3 ਸਿਗਨਲ ਸਰ। ਕਿਸੇ ਨੂੰ ਡਾਊਟ, 3 ਸਿਗਨਲਸ ਕਿਸੇ ਦੇ ਨਾ ਆਏ ਹੋਣ, 3 ਸਿਗਨल्स, ठीक है। 3 सिग्नल। सर बता दो एक बार। हाँ जी मैम, बता देता हूँ। देखो देखो ਆ ਜਿਹੜੇ 3 ਪ੍ਰੋਟੋਨਸ ਹੈ, ਇਹ 3 ਪ੍ਰੋਟੋਨਸ ਕੀ ਹੋਏ, ਇੱਕ ਕੈਟਾਗਰੀ ਦੇ, ਠੀਕ ਹੈ, ਇਹਨਾਂ ਨੂੰ A ਮੰਨ ਲਿਆ, ਠੀਕ ਹੈ। ਆ 3 ਪ੍ਰੋਟੋਨਸ ਦੇਖੋ, ਇਹਨਾਂ ਨੂੰ ਵੀ ਤੁਸੀਂ A ਕੈਟਾਗਰੀ ਨਾ ਕਹਿ ਦੇਣਾ। ਕਿਉਂ ਨਹੀਂ ਕਹਿਣਾ, ਕਿਉਂਕਿ ਜਿਹੜਾ ਇਹ 3 ਪ੍ਰੋਟੋਨ ਸੀ ਕਾਰਬਨ ਨਾਲ ਜੁੜੇ ਸੀ, ਉਹ ਕਾਰਬਨ ਅੱਗੇ ਆਕਸੀਜਨ ਨਾਲ ਜੁੜਿਆ ਸੀ। ਇਹ 3 ਪ੍ਰੋਟੋਨਸ ਕਾਰਬਨ ਨਾਲ ਜੁੜੇ ਆ, ਉਹ ਕਾਰਬਨ ਅੱਗੇ ਕਾਰਬਨ ਨਾਲ ਜੁੜਿਆ, ਮਤਲਬ ਇਹ 3 ਪ੍ਰੋਟੋਨਸ ਵੱਖਰੀ ਕੈਟਾਗਰੀ ਦੇ ਹੋ ਗਏ, ਉਹਨੂੰ ਆਪਾਂ B ਕੈਟਾਗਰੀ ਮੰਨ ਲਿਆ, ਠੀਕ ਹੈ। ਆ 2 ਪ੍ਰੋਟੋਨਸ ਅਲੱਗ ਕੈਟਾਗਰੀ ਦੇ, ਇਹ C ਕੈਟਾਗਰੀ ਦੇ ਹੋ ਗਏ। ਤਾਂ ਇਹਦਾ ਮਤਲਬ ਇਹਦੇ ਅੰਦਰ ਕਿੰਨੇ ਤਰ੍ਹਾਂ ਦੇ ਪ੍ਰੋਟੋਨਸ ਐਗਜ਼ਿਸਟ ਕਰ ਰਹੇ ਆ, 3 ਤਰ੍ਹਾਂ ਦੇ ਪ੍ਰੋਟੋਨਸ ਐਗਜ਼ਿਸਟ ਕਰ ਰਹੇ ਆ। ਤਾਂ ਸਿਗਨਲ ਕਿੰਨੇ ਆਣਗੇ, 3 ਆਣਗੇ। ਮੈਮ ਪਤਾ ਲੱਗ ਗਿਆ, ਪਤਾ ਲੱਗ ਗਿਆ ਮੈਮ। चलो नेक्स्ट देखो, आ वाला करो, C6H5CH3 सर 4 सिग्नल्स। 4 सिग्नल सर, 4 सिग्नल। बाकी टोलुइन 4 सिग्नल। नेहा चुग 5 सर 5। हाँ जी सर। हाँ जी मैम, किन्ने आएंगे सिग्नल C6H5CH3 टोलुइन दे अंदर। रमनीत कौर, साक्षी शर्मा 4 सिग्नल। देखो सारे इंटरेक्ट करो, देखो इस तरह नहीं चलना, नाल तुसी भी सर 4 आएंगे। देखो 4 सिग्नल्स। सब तो पहले की करो, C6H5CH3 पेपर च अगर दिता होएगा तो तुसी सब तो पहले की बनाओ, इनू फैमिलियर फॉर्म ਦੇ ਵਿੱਚ ਬਣਾ ਲਓ। C6H5CH3 ਕੀ ਹੁੰਦਾ, ਕੁਝ ਨਹੀਂ ਹੁੰਦਾ, ਟੋਲੂਇਨ ਹੁੰਦਾ, ਠੀਕ ਹੈ। ਟੋਲੂਇਨ ਦਾ ਕੀ ਕਰੋ, ਸਿੰਪਲੀ ਮੈਂ ਤੁਹਾਨੂੰ ਕੀ ਕਿਹਾ ਹੈ, ਜਦੋਂ ਵੀ ਬੈਂਜ਼ੀਨ ਰਿੰਗ ਦਾ ਕੁਐਸਚਨ ਆ ਜੇ, ਉਹਨੂੰ ਬੈਂਜ਼ੀਨ ਰਿੰਗ ਨੂੰ ਕੀ ਕਰੋ, ਨਾਈਫ ਲੈ ਕੇ ਕੱਟ ਲਓ ਵਿੱਚੋਂ ਸੈਂਟਰ ਦੇ, ਠੀਕ ਹੈ। ਸਿੰਪਲੀ ਉਹਨੂੰ ਡਿਵਾਈਡ ਕਰ ਦਿਓ, ਆਪਾਂ ਲਾਈਨ ਹੀ ਖਿੱਚ ਲੈਂਦੇ ਆ, ਠੀਕ ਹੈ, ਕੱਟ ਲਿਆ ਆਪਾਂ, ਠੀਕ ਹੈ। ਹੁਣ ਦੇਖੋ ਆਪਾਂ ਕੀ ਕਰਨਾ ਹੈ, ਪ੍ਰੋਟੋਨਸ ਗਿਣਨੇ ਆ, ਠੀਕ ਹੈ। ਇੱਧਰ ਪ੍ਰੋਟੋਨ ਹੋਏਗਾ, ਇੱਕ ਇੱਥੇ ਹੋਏਗਾ, ਇੱਕ ਇੱਥੇ ਹੋਏਗਾ, ਤੇ ਇੱਕ ਇੱਥੇ ਹੋਏਗਾ, ਤੇ ਇੱਕ ਇੱਥੇ ਪ੍ਰੋਟੋਨ ਹੋਏਗਾ। ਆਵਲੇ 3 ਪ੍ਰੋਟੋਨ ਇਕੁਇਵਲੈਂਟ ਲਾਈਨ, ਹਾਂ, ਲਾਈਨ ਦੇ ਆਸੇ-ਪਾਸੇ ਵਾਲੇ ਪ੍ਰੋਟੋਨ ਇੱਕ ਕੈਟਾਗਰੀ ਦੇ, B ਕੈਟਾਗਰੀ ਦੇ। ਆਹ ਵਾਲਾ ਪ੍ਰੋਟੋਨ C ਕੈਟਾਗਰੀ ਦਾ, ਉਹਦੇ ਸਾਹਮਣੇ ਵਾਲਾ ਵੀ C ਹੋਏਗਾ। ਜਿਹੜਾ ਨੀਚੇ ਰਹਿ ਗਿਆ ਇਹ D ਕੈਟਾਗਰੀ ਦਾ।
ਤਾਂ ਕਿੰਨੇ ਤਰ੍ਹਾਂ ਦੇ ਪ੍ਰੋਟੋਨਸ ਹੋਏ? 4 ਪ੍ਰੋਟੋਨਸ ਹੋਏ, 4 ਤਰ੍ਹਾਂ ਦੇ ਪ੍ਰੋਟੋਨਸ ਹੋਏ, 4 ਟਾਈਪਸ ਦੇ ਪ੍ਰੋਟੋਨ ਕਿੰਨੇ ਸਿਗਨਲ ਦੇਣਗੇ? 4 ਸਿਗਨਲ ਦੇਣਗੇ। ਠੀਕ ਹੈ ਜੀ। ਹਾਂਜੀ ਸਰ ਡਿਵਾਈਡ ਕਰਨ ਲੱਗੇ ਬੌਂਡਸ ਨਹੀਂ ਦੇਖਣੇ? ਕੀ ਨਹੀਂ ਦੇਖਣੇ ਮੈਮ? ਬੌਂਡ ਨਹੀਂ ਨਹੀਂ, ਬੌਂਡ ਨਹੀਂ ਦੇਖਣੇ ਮੈਮ। ਡਬਲ ਬੌਂਡ ਕਿਉਂ ਦੇਖਾਂਗੇ ਆਪਾਂ? ਓਕੇ ਸਿੰਗਲ ਸਿੰਗਲ ਦਾ ਪ੍ਰੋਟੋਨ ਹੈ ਮੈਮ, ਬਾਕੀ ਤਾਂ ਰਿੰਗ ਫਿਕਸਡ ਹੈ ਨਾ। ਠੀਕ ਹੈ, ਇੱਕ ਇੱਕ ਪ੍ਰੋਟੋਨ ਜਿਹੜਾ ਫਿਕਸ ਪੋਜੀਸ਼ਨ ਤੇ ਪਿਆ ਤਾਂ ਕਰਕੇ ਆਪਾਂ। ਠੀਕ ਹੈ ਜੀ, ਤਾਂ ਇਸ ਕਰਕੇ ਜਸਟ ਆਪਾਂ ਨਾਲੇ ਆਪਾਂ ਡਿਫਰੈਂਟ ਕਰ ਤਾਂ ਦਿੱਤੇ। ਆਹ ਵਾਲਾ ਪ੍ਰੋਟੋਨ ਜਿਹੜਾ ਹੈ ਇਹਦੇ ਨਾਲ ਤਾਂ ਡਿਫਰੈਂਟ ਹੈ ਨਾ ਡੀ ਨਾਲ, ਇਹ ਪ੍ਰੋਟੋਨ ਨੂੰ ਇਹਦੇ ਨਾਲ ਮੈਚ ਕਰਵਾ ਰਹੇ ਆਪਾਂ। ਠੀਕ ਹੈ, ਆਮਨੇ ਸਾਹਮਣੇ, ਤਾਂ ਕਰਕੇ ਲਾਈਨ ਖਿੱਚੀ ਆਪਾਂ। ਠੀਕ ਹੈ, ਬਸ ਲਾਈਨ ਵਾਲਾ ਫਾਰਮੂਲਾ ਹਮੇਸ਼ਾ ਯਾਦ ਰੱਖਣਾ। ਲਾਈਨ ਵਾਲੇ ਫਾਰਮੂਲਾ ਕਦੀ ਨਹੀਂ ਤੁਹਾਡਾ ਗਲਤ ਹੋਏਗਾ। ਠੀਕ ਹੈ, ਲਾਈਨ ਮਾਰ ਕੇ ਤੁਸੀਂ ਸੋਲਵ ਕਰ ਲੈਣਾ। ਠੀਕ ਹੈ, ਨੈਕਸਟ ਦੇਖੋ। सर मतलब आपने स्ट्रेट मारी है लाइन में। हाँ जी मैम, क्लियर नहीं आ रही आवाज़, क्या कह रहे हो? ਸਰ ਉਹ ਕਹਿੰਦੇ ਪਏ ਕਿਸੇ ਵੀ ਐਕਸਿਸ ਦੇ ਵਿੱਚ ਲਾਈਨ ਕੱਟ ਕਰ ਦਿੰਦੇ नहीं ਆ। नहीं, ऐसे नहीं। एक्सिस मैम कोई भी एक्सिस हो, बट एक्सिस इस तरह की होनी चाहिए कि मॉलिक्यूल जो है बिल्कुल 2 इक्वल हाफ्स में डिवाइड होना चाहिए। फॉर एग्जांपल अगर मैं ये लिखूं साइक्लोपेंटेन, ये देखो, इसको आप डिवाइड करो। इसको अगर आप डिवाइड करोगे तो किस वे में डिवाइड करोगे? कोई भी एक्सिस के थ्रू तो नहीं डिवाइड कर सकते। वर्टिकल लाइन, इस तरह ही डिवाइड करोगे ना मैम, तभी 2 बराबर इक्वल हिस्सों में डिवाइड होगा, है ना? हाँ, कि अगर मैं लिखूं कि एक हाइड्रोजन ये एक इधर आ गया, तो इसका मतलब ये ए कैटेगरी के हो गए। ठीक है, ये जो 2 हाइड्रोजन है ये बी कैटेगरी के हो गए, ये जो 2 हाइड्रोजन है ये सी कैटेगरी के हो गए। तो इसके अंदर कितने प्रोटॉन्स आएंगे? 3 सेट और 3 सेट ऑफ प्रोटॉन आएंगे। सिग्नल कितने आएंगे? 3 सिग्नल्स आएंगे। 3 सिग्नल्स। ठीक है जी, अब ये बताओ CH2 इसके अंदर कितने सिग्नल आएंगे? सर अगर हम लाइन मार करें तो हाँ, ने बताया था CH3 है, उसके 3 के इक्विवेलेंट करके एक सिग्नल आएगा, और B वाला C और D। हेलो, हाँ जी मैम, क्या कह रहे हो? CH3, हाँ जी। मेरे देखते हैं हाइड्रोजन है साइड पे भी 3 C और D क्यों लेते हैं? मैम आवाज ना कट कट के आ रही है आपकी, किसी और को समय लग रहा है तो बता दो एक बार। नहीं मैम, मुझे भी नहीं समझ लगा बिल्कुल भी। मैम वो कट कट के आ रही है आपकी आवाज। नेटवर्क प्रॉब्लम। आप मैम मेरे को व्हाट्सएप पे सेंड कर देना क्या कोई प्रॉब्लम हुई तो। ठीक है मैम? ठीक है सर, ओके। हाँ, कोई आपको एग्जांपल में प्रॉब्लम आई कोई? नहीं सर, टॉलरीन अभी आपने हाँ, करवाया ना, तो हाँ, उसमें कि जो C और D वाले आपने अभी बताए हैं प्रोटॉन्स, हाँ जी, वो हाँ जी। C और D को अगर हम कार्य करें तो वो C और D इक्वल क्यों नहीं है? क्योंकि दोनों के अराउंड तो सेम हाइड्रोजन है ना। हाँ जी, इक्वल क्यों नहीं है? दोबारा करवा देता हूँ टोलुइन। देखो, ये देखो, पहले इसका आंसर लिख लो, फिर टोलुइन दोबारा समझा देता हूँ। देखो, ये वाले का आंसर लिखो, साइक्लोब्यूटेन। देखो साइक्लोब्यूटेन, देखो क्या करेंगे अगर अपन ने डिवाइड कर दिया। ठीक है, अब देखो डिवाइड करके अपने पास क्या बचा? CH2 बॉन्ड CH2, तो इसको भी तो डिवाइड कर देंगे। अगर इसको भी डिवाइड कर दे तो अपने पास क्या चीज रहेगी केली? 1 सिग्नल आएगा इसका। तो एक ही सिग्नल रह गया, मतलब यही तो रह गया एक, क्योंकि वन ये सिग्नल। सारे के आपस में इक्विवेलेंट। तो इसका मतलब 8 हाइड्रोजन का क्या आएगा? 1 सिग्नल आएगा। ठीक है, बस आपने क्या करना है, लाइन ने तब तक मारते जाना है जब तक वो इक्वल हाफ में कटते जाए। ठीक है जी, जब तक आपके इक्वल हाफ में कटते जा रहे हैं तब तक आप सीधी लाइनें मार के उसको डिवाइड करते जाओ। ठीक है, अब नेक्स्ट देख लो टोलुइन दोबारा। सर समझ आ गया मैम समझ? सर हाँ ठीक- जी, हाँ जी। ठीक है जी, एसिटाल्डिहाइड के सिग्नल निकाल दो जी। एसिटाल्डिहाइड के अंदर कितने सिग्नल होंगे? आपका मास्टर केडर के अंदर ही आया हुआ है। एसिटाल्डिहाइड के अंदर कितने सिग्नल्स होंगे? 2 signals, 2 कितने? सिग्नल्स। ठीक है जी, CH3CHO। CH3CHO, CH3CHO किस तरह लिखेंगे? CHO। C डबल बॉन्ड OH
के साथ 3 सिग्नल्स, तो इसका मतलब जो ये 3 प्रोटॉन्स हैं वो क्या है, आपस में इक्विवेलेंट है, और ये वाला जो प्रोटॉन्स है अलग टाइप का है, तो 3 हाइड्रोजन का एक सिग्नल आएगा और 1 प्रोटॉन का एक सिग्नल आएगा। ठीक है जी, पता लग गया। हाँ जी। नेक्स्ट देखो, हाँ जी सर। नेक्स्ट देखो अपन ने पढ़नी है केमिकल शिफ्ट। ठीक है, केमिकल शिफ्ट ये तो था अपने सिंपली सिग्नल्स के बेस पे जो क्वेश्चन पूछे जाते हैं अपने से, कितने सिग्नल्स आएंगे अपने को पता होना चाहिए। ठीक है, अब लेवल टफ हो रहा है, शायद बेंजीन ऑर्थो पैरा वाले क्वेश्चन पूछ ले आपको, नहीं तो बेसिक से ही क्वेश्चन आ रहे थे। ठीक है, और क्वेश्चन किस में से आता है, केमिकल सर अभी आप ये बता दो कि आप मतलब कि बुकलेट्स वगैरह प्रोवाइड करोगे, नोट्स वगैरह, क्या प्रोसीजर है? हाँ जी, देखो बुक लिस्ट क्या है, नोट्स आपने बस यही पढ़ने हैं। ठीक है, नोट्स कुछ नहीं पढ़ने आपने, जितना मैं करवा रहा हूँ वो आपने करना है, मोर देन इनफ है, और कोई कहीं जगह से नहीं पढ़ना आपने। ठीक है, मोर देन इनफ। इसके अलावा आपने कोई भी नीट की जो बुक है वो आपने पकड़ लेनी है, एमसीक्यूज की कोई भी। मैं प्रेफर क्लास में फिर डिस्कशन के लिए मतलब कि कोई जो सबने करी हो बुकलेट वगैरह, ऐसा कुछ नहीं है? मतलब अपनी तरफ से हम कोई भी क्वेश्चंस को भी बुक से करेंगे? मैम कोई भी क्वेश्चन, मैं ये कह रहा हूँ नीट की आपने नीट की बुक रेफर करनी है, बालाजी पब्लिकेशन की कर सकते हो, जो भी आपके पास अवेलेबल है। बालाजी पब्लिकेशन की आती है, एमटीजी की आती है, बस ये दोनों ही बढ़िया है, बाकी तो रहने दो। इन दोनों में से अगर नहीं लेनी है तो इन दोनों में से कोई भी बुक ले लो आप। ठीक है, नीट की ले लो जिसके अंदर आपको टॉपिक वाइज एमसीक्यूज दिए हो। ठीक है जी, टॉपिक वाइज सारे लिख लो, क्या करने हैं, नोट्स यहीं पे मोर देन इनफ है, जो जितना करवा रहा हूँ वो कर लो। उसके अलावा जो नीट की बुक है, कोई भी नीट की बुक ले लो, आपको वहाँ पे मिल जाएगी, जो क्या कहते हैं अमेजोन पे मिल जाएगी। बालाजी पब्लिकेशन या एमटीजी पब्लिकेशन की बुक ले लो, नीट की टॉपिक वाइज एमसीक्यूज दिए होंगे। ठीक है, 33 ईयर्स की एक आती है, 33 ईयर्स प्रीवियस ईयर क्वेश्चन आती है बुक, वो देख लो। इसके अलावा आपने क्या लेनी है, एक आप अरिहंत की आती है, अरिहंत की पीजी एडमिशन की बुक आती है, अरिहंत की पीजी एडमिशन केमिस्ट्री वाली बुक आती है, ये आपने बुक लेनी है, 250-300 की बुक है, ये आपने बुक ले लेनी है। इसके अंदर से आपने क्या करने हैं, क्वेश्चन सॉल्व करने हैं, कंसेप्ट यहाँ से करके क्वेश्चन सॉल्व करने हैं वहाँ से। ठीक है जी, वहाँ पे सोल्यूशन नहीं है, अकेले क्वेश्चन ही दिए हुए हैं, आंसर की है साथ में। ये अरिहंत की पीजी एडमिशन के लिए, मतलब एमएससी के अंदर एडमिशन लेने के लिए बुक आती है, ये आपने फॉलो करनी है। ठीक है जी, ये आपने 2 बुक्स रेफर करनी है, अकेले क्वेश्चन सॉल्व कर लेंगे मेन। इसमें इससे क्या होगा, आपका जो सॉल्व करने की एबिलिटी है, मतलब आपकी स्पीड जो है, स्पीड इंक्रीज करेगी जस्ट। ठीक है, ठीक है जी। सर आप चैप्टर वाइज रोज किया करो। हाँ जी, देखो जो टेस्ट है, जो मैं यहाँ पे टेस्ट चलेंगे आपके, वो चैप्टर वाइज टेस्ट होंगे। जैसे आपका चैप्टर खत्म हो गया, चैप्टर खत्म होने के बाद आपके चैप्टर वाइज टेस्ट हो जाया करेगा, एक डे रखा करेंगे, उस दिन टेस्ट हुआ करेगा आपका। जैसे किसी भी दिन स्केड्यूल कर दिया, उस दिन आपको टेस्ट डिलीवर हो जाया करेगा, आप सॉल्व करके आपको आंसर की मिल जाया करेगी। ठीक है, वो चैप्टर वाइज टेस्ट हुआ करेंगे। फिर थोड़ा अगर अपना जैसे सिलेबस हो गया, जैसे अपने 5-7 चैप्टर हो गए, फिर आपका ये तो हो गया यूनिट टेस्ट। ठीक है, फिर उसके बाद अपना कंबाइंड हुआ करेगा मेजर टेस्ट। मेजर टेस्ट के अंदर कंबाइंड यूनिट्स हुआ करेंगे, जैसे 5-7 यूनिट्स हो गए, उनको कंबाइन करके उनका टेक्स्ट मिक्स सा टेस्ट बना दिया। ठीक है, फिर उसके बाद महीने के बाद हम लेंगे जो, जैसे आप गए कि हाफ सिलेबस का या फुल सिलेबस का रैंडमली टेस्ट लेंगे 50-70 क्वेश्चंस का। ठीक है जी, फिर उसके बाद आप कंप्लीट होल सिलेबस 150 क्वेश्चंस का टेस्ट लेंगे प्रॉपर। तो इस फॉर्म में आपकी क्लास रोज लगेगी? हाँ जी मैम, रोज लगेगी। ओके सर, हाँ थैंक जी, यू। हाँ जी। तो देखो बस ये आपने क्या नोट्स लेने हैं, नोट्स यहाँ से कवर करने हैं। बुक अगर लेना चाहते हो तो नीट की ले लो बुक, नीट प्रीवियस ईयर क्वेश्चंस की टॉपिक वाइज बुक ले लो, कोई भी ले लो, किसी भी पब्लिकेशन की ले लो। साथ में ये अरिहंत की ले लेना। ठीक है, अरिहंत वाली बुक से क्या होगा, जो पीजी एडमिशन की बुक है उसमें से आपको ये टॉपिक्स मिल जाएंगे, एनएमआर मिल जाएगी। ठीक है, स्पेक्ट्रोस्कोपी सारी मिल जाएगी, क्योंकि अपनी नीट के अंदर स्पेक्ट्रोस्कोपी नहीं होती। जितना भी बीएससी का सिलेबस है वो इस बुक के अंदर से आपका कवर हो जाएगा। जस्ट ये मैं ये नहीं कह रहा इसमें से एज सच उठा के क्वेश्चंस आ जाएंगे, इससे आपको पता लगेगा टाइप्स किस तरह के बन सकते हैं और क्वेश्चंस। ठीक है, प्रैक्टिस होगी आपकी। ठीक है सर। हाँ जी सर, एक एमटीजी ਦੀ बुक आंदी है एनसीईआरटी एट फिंगर टिप्स, प्लीज उसका रिव्यू दे दो। मैम। एनसीईआरटी एट योर फिंगर टिप्स मैम,
ਠੀਕ ਹੈ ਮੈਮ, ਬਟ ਮੈਂ ਤੁਹਾਨੂੰ ਇਹ ਕਹੂੰਗਾ ਕਿ ਜਿਹੜਾ ਕੁਐਸਚਨਸ ਹੈ ਨਾ, ਨੀਟ ਦੇ ਪ੍ਰੀਵੀਅਸ ਈਅਰ ਕੁਐਸਚਨਸ ਰਿਪੀਟ ਹੋ ਰਹੇ ਆ ਬੜੇ, ਮਾਸਟਰ ਕੇਡਰ ਦੇ ਅੰਦਰ ਵੀ, ਲੈਕਚਰਰ ਕੇਡਰ ਦੇ ਅੰਦਰ ਵੀ, ਤੇ ਐਨਸੀਈਆਰਟੀ ਨੂੰ ਫੋਲੋ ਨਹੀਂ ਕਰਦਾ ਮੈਮ। ਪੰਜਾਬ ਬੋਰਡ ਹੈ ਆਪਣਾ, ਐਨਸੀਈਆਰਟੀ ਨੂੰ ਫੋਲੋ ਨਹੀਂ ਕਰ ਰਿਹਾ, ਉਹ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਹੀ ਜ਼ਿਆਦਾ ਉਹ ਫੋਲੋ ਕਰ ਰਿਹਾ। ਇੱਕ ਹੋਰ ਚੀਜ਼ ਮੈਂ ਦੱਸਣੀ ਭੁੱਲ ਗਿਆ, ਇੱਕ ਆਉਂਦੀ ਹੈ ਸਲੀਨਾ ਦੀ, ਸ਼ਾਇਦ ਤੁਸੀਂ ਪਤਾ ਹੋਵੇ, ਸਲੀਨਾ ਦੀ 10th ਦੀ ICSE। ਯੈਸ ਸਰ, ਯੈਸ। ਇਹ ਜ਼ਰੂਰ ਇੱਕ ਵਾਰੀ ਰੀਡ ਜ਼ਰੂਰ ਕਰ ਲੈਣਾ ਹੈ, ਜਸਟ ਰੀਡ ਮਾਰ ਲੈਣਾ। ਇਹਦੇ ਅੰਦਰ ਵੀ ਬੜੇ ਕੁਐਸਚਨ, ਇਹਦੇ ਅੰਦਰੋਂ ਦੀ ਡਾਇਰੈਕਟ ਕੁਐਸਚਨ, ਜਿਵੇਂ ਦੀ ਫੋਰ ਐਗਜ਼ਾਮਪਲ ਕਿ ਜਿਵੇਂ ਹੋ ਗਿਆ ਆਪਾਂ ਕੀ ਕਹਿੰਦੇ ਆ POP ਦੇ ਫਾਰਮੂਲੇਜ਼, ਬੜੇ ਤਰ੍ਹਾਂ ਦੇ ਡਾਇਰੈਕਟ ਕੁਐਸਚਨ ਜਿਹੜੇ ਹੈਗੇ ਨਾ 10-15 ਨੰਬਰ ਦੇ ਕੁਐਸਚਨ ਜਿਹੜੇ ਹੈਗੇ ਆ, ਜਸਟ ਇਹਦੇ ਵਿੱਚੋਂ, ਇਸ ਬੁੱਕ ਦੇ ਵਿੱਚੋਂ ਡਾਇਰੈਕਟ ਉਠਾਏ ਹੋਏ ਆ। ਸਲੀਨਾ ਦੀ 10th ਦੀ ICSE ਕੈਮਿਸਟਰੀ, ਇਹ ਬੁੱਕ ਜ਼ਰੂਰ ਰੀਡ ਕਰਨੀ ਆ ਆਪਾਂ। ਬਾਕੀ ਮੈਂ ਤੁਹਾਨੂੰ ਨੋਟ ਸਾਰੇ ਪ੍ਰੋਵਾਈਡ ਕਰਵਾਉਂਗਾ, ਸਾਰਾ ਕੁਝ ਲਿਖਵਾਉਂਗਾ। ਜਿਹੜੀ ਚੀਜ਼ ਜ਼ਿਆਦਾ ਟਾਈਮ ਕੰਜ਼ਿਊਮ ਹੋਏਗੀ, ਮਤਲਬ ਲਿਖਵਾਉਣ 'ਚ ਜ਼ਿਆਦਾ ਦੇਰ ਲੱਗੂਗੀ, ਉਹ ਤੁਹਾਨੂੰ PDFs ਆਇਆ ਕਰਨਗੀਆਂ, ਠੀਕ ਹੈ ਜੀ। ਨੋਟਸ ਐਸ ਸੱਚ ਨਹੀਂ ਮੈਂ ਤੁਹਾਨੂੰ ਕਹਿੰਦਾ ਕਿ ਬੁੱਕਸ ਨਹੀਂ ਮੈਂ ਤੁਹਾਨੂੰ ਡਿਲੀਵਰ ਕਰਵਾਉਂਗਾ, ਬਸ ਤੁਸੀਂ ਨੋਟਸ ਦੇਖੋ। ਤੁਸੀਂ ਇੱਕ ਚੀਜ਼ ਯਾਦ ਰੱਖਣਾ, ਪੇਪਰ ਤੁਹਾਡਾ ਉਦੋਂ ਹੀ ਕਲੀਅਰ ਹੋਊਗਾ, ਮਿਨੀਮਮ ਟੂ ਮਿਨੀਮਮ ਆਪਣਾ ਸਟੱਡੀ ਮਟੀਰੀਅਲ ਰੱਖਣਾ, ਬਟ ਉਹਦੀ ਤਿਆਰੀ ਮੈਕਸਿਮਮ ਟੂ ਮੈਕਸਿਮਮ ਵਾਰੀ ਕਰਨਾ, ਠੀਕ ਹੈ। ਰਿਵਾਈਜ਼ ਜ਼ਿਆਦਾ ਵਾਰੀ ਕਰਨਾ, ਸਟੱਡੀ ਮਟੀਰੀਅਲ ਮਿਨੀਮਮ ਰੱਖਣਾ, ਜ਼ਿਆਦਾ ਬੁੱਕਸ ਨਾ ਖਰੀਦਣਾ, ਠੀਕ ਹੈ। ਇਹ ਨੀਟ ਦੀ ਮੈਂ ਤੁਹਾਨੂੰ ਕਹਿ ਦਿੱਤੀ ਹੈ। ਜੇ ਤੁਸੀਂ ਕੋਈ ਹੋਰ MCQ ਦੀ ਬੁੱਕ ਰੈਫਰ ਕਰ ਰਹੇ ਹੋ ਤੇ ਉਹਨੂੰ ਹੀ ਕਰਨਾ, ਇਹਨੂੰ ਸੁਣ ਕੇ ਇਹ ਵਾਲੀ ਬੁੱਕ ਨਾ ਖਰੀਦ ਕੇ ਬਹਿ ਜਾਣਾ, ਮੋਟੀ ਸਾਰੀ ਬੁੱਕ ਹੋਏਗੀ, ਇਹ ਵੀ ਨਹੀਂ ਹੋਣੀ, ਉਹ ਵੀ ਨਹੀਂ ਹੋਣੀ। ਤਾਂ ਇੱਕ ਹੀ ਬੁੱਕ ਨੂੰ ਚਿਪਕੇ ਰਹਿਣਾ, 10-10 ਵਾਰੀ ਸੋਲਵ ਕਰ ਲੈਣਾ ਇੱਕ ਕੁਐਸਚਨ, ਠੀਕ ਹੈ। ਕੁਐਸਚਨ ਸਾਰੇ ਸੇਮ ਹੁੰਦੇ ਆ, ਕੰਸੈਪਟ ਆਉਣਾ ਚਾਹੀਦਾ ਤੁਹਾਨੂੰ। ਤਾਂ ਇਸ ਕਰਕੇ ਮੈਂ ਤੁਹਾਡੇ ਤੇ ਹੀ ਜ਼ੋਰ ਪਾਵਾਂਗਾ ਕਿ ਬੁੱਕਸ ਨਾ ਜ਼ਿਆਦਾ ਖਰੀਦਣਾ, ਠੀਕ ਹੈ। ਮਿਨੀਮਮ ਰੱਖਣਾ ਆਪਣਾ ਸਟੱਡੀ ਮਟੀਰੀਅਲ, ਠੀਕ ਹੈ ਜੀ। ਦੇਖੋ ਮੇਰਾ ਆਲ ਇੰਡੀਆ ਰੈਂਕ 33 ਹੈ, ਨੈਟ JRFM ਹੈ, ਤੇ ਮੇਰਾ ਨੈਟ ਕਲੀਅਰ ਕਰਨ ਦਾ ਹੀ ਸੀਗਾ। ਮੇਰੇ ਕੋਲ 6 ਰਜਿਸਟਰ ਸੀਗੇ, 5 ਤੋਂ ਲੈ ਕੇ 6 ਰਜਿਸਟਰ ਸੀਗੇ, ਉਹ ਰਜਿਸਟਰ ਹੀ ਮੈਂ ਤਿਆਰ ਕੀਤੇ ਸੀ। ਬਸ ਉਹਨਾਂ ਦੇ ਉਹ ਨੋਟਸ ਨੂੰ ਹੀ ਮੈਂ ਬਾਰ-ਬਾਰ ਪੜ੍ਹੀ ਗਿਆ, ਤੇ ਉਸ ਨੋਟਸ ਦੇ ਥਰੂ ਮੇਰਾ ਨੈਟ ਕਲੀਅਰ ਹੋ ਗਿਆ ਸੀ, ਤੇ ਮੇਰਾ ਗੇਟ ਵੀ ਕੁਆਲੀਫਾਈਡ ਹੈ। ਤੇ ਇਸ ਕਰਕੇ ਮੈਂ ਕਹਿੰਦਾ ਕਿ ਆਪਣਾ ਸਟੱਡੀ ਮਟੀਰੀਅਲ ਮਿਨੀਮਮ ਰੱਖਣਾ, ਰਿਵਾਈਜ਼ ਜ਼ਿਆਦਾ ਵਾਰੀ ਕਰਨਾ ਉਹਨੂੰ, ਠੀਕ ਹੈ। ਤਾਂ ਬੁੱਕਸ ਇਸ ਤੋਂ ਇਲਾਵਾ ਕਿਸੇ ਹੋਰ ਬੁੱਕ ਨੂੰ ਨਾ ਧਿਆਨ ਦੇਣਾ, ਕੋਈ ਹੋਰ ਰੈਫਰੈਂਸ ਬੁੱਕ ਨਾ ਲੈਣਾ। ਕੋਈ ਤੁਹਾਨੂੰ ਕਹੇ BSc ਦੀ ਬੁੱਕਸ ਪੜ੍ਹ ਲਓ, ਉਹ ਪੜ੍ਹ ਲਓ, ਉਹਨਾਂ ਚੱਕਰਾਂ 'ਚ ਨਾ ਪੈਣਾ, ਠੀਕ ਹੈ। ਇਸ ਕਰਕੇ ਇਹ ਜਿਹੜਾ ਹੈਗਾ ਤੁਹਾਡਾ ਸਟੱਡੀ ਮਟੀਰੀਅਲ ਹੈ। ਸਰ +1 +2 ਮਾਡਰਨਸ ਵੀ ਜ਼ਰੂਰਤ ਨਹੀਂ ਮੈਮ। ਕੁਛ ਜੇ ਤੁਸੀਂ ਇੱਥੇ ਪੜ੍ਹ ਰਹੇ ਹੋ ਤੇ ਲੋੜ ਹੀ ਨਹੀਂ ਤੁਹਾਨੂੰ, ਤੁਸੀਂ ਉੱਥੇ ਇੰਨੀ ਥਿਊਰੀ ਪੜ੍ਹੋਗੇ ਮੈਮ। ਜਦੋਂ ਤੁਸੀਂ ਥਿਊਰੀ ਪੜ੍ਹਦੇ ਹੋ ਨਾ, ਲਾਈਨ ਟੂ ਲਾਈਨ ਪੜ੍ਹਦੇ ਹੋ, ਤੁਸੀਂ ਜਿਹੜੀ ਕੰਮ ਦੀ ਚੀਜ਼ ਆ ਉਹ ਭੁੱਲ ਜਾਂਦੇ ਹੋ, ਬੜਾ ਕੁਝ ਹੋਰ ਫਾਲਤੂ ਦਾ ਆ ਜਾਂਦਾ ਨਾਲ। ਜਾਂ ਤੁਸੀਂ ਫਿਲਟਰ ਆਊਟ ਕਰਨਾ ਸਿੱਖ ਲਓ, ਤੁਹਾਨੂੰ ਫਿਲਟਰ ਆਊਟ ਕਰਨਾ ਆਉਣਾ ਚਾਹੀਦਾ, ਕਿਹੜੀ ਚੀਜ਼ ਪੜ੍ਹਨ ਵਾਲੀ ਕਿਹੜੀ ਨਹੀਂ, ਤਾਂ ਤੁਸੀਂ ਉਹ ਵੀ ਵਧੀਆ। ਫਿਰ ਮਤਲਬ ਇਹ ਹੈ +1 +2 ਦੀ ਬੁੱਕ ਅਗਰ ਤੁਸੀਂ ਪੜ੍ਹਨੀ ਹੈ ਤਾਂ 2 ਦਿਨ ਦੇ ਅੰਦਰ +1 ਤੇ 2 ਦਿਨ ਦੇ ਅੰਦਰ +2 ਤੁਸੀਂ ਰਿਵਾਈਜ਼ ਕਰਨੀ ਹੈ ਮੈਮ। ਤੁਸੀਂ ਉਹਨੂੰ ਰੱਟਣਾ ਨਹੀਂ ਹੈ, ਤੁਸੀਂ ਉਹਨੂੰ ਗੋ ਥਰੂ ਹੋਣਾ ਬੁੱਕ ਨੂੰ। ਜੇ ਤੁਹਾਡੇ 1-2 ਦਿਨ ਦੇ ਅੰਦਰ ਤੁਹਾਡੀ ਪੂਰੀ +1 ਦੀ ਬੁੱਕ ਹੋ ਰਹੀ ਹੈ ਗੋ ਥਰੂ, ਤਾਂ ਇਹਦਾ ਮਤਲਬ ਤੁਹਾਨੂੰ ਆ ਰਿਹਾ ਸਮਝ, ਠੀਕ ਹੈ। ਜੇ ਤੁਸੀਂ ਇੱਕ ਚੈਪਟਰ ਤੇ 3-3 ਘੰਟੇ ਲਗਾ ਰਹੇ ਹੋ, ਫਿਰ ਨਹੀਂ ਸਿਸਟਮ ਬਣਨਾ ਉਹ, ਠੀਕ ਹੈ ਮੈਮ। ਠੀਕ ਹੈ ਸਰ। ਹਾਂਜੀ ਠੀਕ ਹੈ ਜੀ। ਤਾਂ ਇਸ ਕਰਕੇ ਆ ਜਿਹੜੀ ਸਲੀਨਾ ਦੀ 10th ਦੀ ICSE ਹੈ ਨਾ, ਇਹ ਮੈਂ ਤੁਹਾਨੂੰ ਰਿਕਮੈਂਡ ਕਰਾਂਗਾ, ਇਹ ਇੱਕ ਵਾਰੀ ਨਾ ਗੋ ਥਰੂ ਜ਼ਰੂਰ ਹੋਣਾ ਇਸ ਬੁੱਕ 'ਚੋਂ। ਚਾਹੇ ਤੁਸੀਂ ਜਿਵੇਂ ਇਹਨੂੰ ਆਪਾਂ ਕੀ ਹੈ ਨਾ, ਸਵੇਰੇ ਉੱਠ ਕੇ ਆਪਣੇ ਟੇਬਲ ਸਰਾਣੇ ਰੱਖ ਲੈਣਾ, ਸਵੇਰੇ ਉੱਠ ਕੇ ਘੰਟਾ ਰੀਡ ਕਰ ਲਈ ਐਜ਼ ਅ ਨਿਊਜ਼ਪੇਪਰ, ਜਿਵੇਂ ਆਪਾਂ ਕਹਿੰਦੇ ਨੇ UPSC ਵਾਲੇ ਸਟੂਡੈਂਟ ਨਿਊਜ਼ਪੇਪਰ ਪੜ੍ਹਦੇ ਆ, ਉਸ ਤਰ੍ਹਾਂ ਤੁਸੀਂ ਸਪਲੀਮੈਂਟ ਦੀ ਤਰ੍ਹਾਂ ਪੜ੍ਹਨੀ ਹੈ ਬੁੱਕ, ਠੀਕ ਹੈ। ਬੁੱਕ ਲੈ ਲਓ ਇਹ ਵਾਲੀ, ਸਪਲੀਮੈਂਟ ਦੀ ਤਰ੍ਹਾਂ ਪੜ੍ਹਨੀ ਹੈ ਕਿ ਕੀ ਚੀਜ਼ਾਂ ਹੋ ਰਹੀਆਂ ਇਹਦੇ ਅੰਦਰ। ਬੜੀ ਵਧੀਆ ਐਨਾਲਿਟੀਕਲ ਕੈਮਿਸਟਰੀ ਦਿੱਤੀ ਹੋਈ ਹੈ ਇਹਦੇ ਅੰਦਰ। ਸਰ ਲੈਕਚਰਰ ਕੈਡਰ ਲਈ ਵੀ ਮੋਨਿਟ ਹੈ ਬੁੱਕ ਸੈਲੀਨਾ ਦੀ? ਹਾਂਜੀ ਮੈਮ, ਤੁਸੀਂ ਲੈਕਚਰਰ ਕੇਡਰ ਦੇ ਨਾ ਬੜੇ ਸਿਲੀ ਜਿਹੇ ਕੁਐਸਚਨਸ ਹੁੰਦੇ ਆ ਕਿ ਇਹਦੇ ਅੰਦਰ ਪਾਵਾਂਗੇ ਐਸਿਡ ਕਿਹੜਾ ਹੈ, ਬੇਸ ਕਿਹੜਾ ਹੈ, ਕਲਰ ਕੀ ਹੋਏਗਾ, ਇਹਨਾਂ ਫਲੇਮ ਕਿਹੜੀ ਆਏਗੀ, ਉਹ ਸਾਰੇ ਕੁਐਸਚਨਸ ਨਾ ਇਹਦੇ ਵਿੱਚੋਂ ਸਲੀਨਾ ਦੇ ਵਿੱਚੋਂ ਕਵਰ ਹੁੰਦੇ ਆ ਤੁਹਾਡੇ। 15 ਕੁਐਸਚਨ ਤੁਹਾਨੂੰ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਣਗੇ ਤੁਹਾਨੂੰ ਲੈਕਚਰਰ ਕੇਡਰ ਦੇ ਵਿੱਚ, ਠੀਕ ਹੈ। ਬਿਲਕੁਲ ਹੀ ਬੇਸਿਕ ਕੁਐਸਚਨ, ਤਾਂ ਉਹ ਸਲੀਨਾ ਦੀ 10th ICSE ਦੇ ਵਿੱਚੋਂ ਕਵਰ ਹੁੰਦੇ ਆ ਕੁਐਸਚਨ। ਇਸ ਤੋਂ ਬਾਅਦ ਕੁਐਸਚਨ ਨਹੀਂ ਆਏਗਾ ਤੁਹਾਨੂੰ, ਠੀਕ ਹੈ। ਓਕੇ ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਬਸ ਅੱਜ ਇੰਨਾ ਹੀ ਕਰਦੇ ਆ, ਠੀਕ ਹੈ ਜੀ। ਆ ਦੇਖ ਲਓ ਜੀ, ਹਾਂਜੀ ਇਹ ਕੋਰਸ ਹੈ ਜੀ, ਮੈਂ ਤੁਹਾਨੂੰ ਦੱਸ ਦਿੰਦਾ, ਆਨਲਾਈਨ ਲਾਈਵ ਕਲਾਸ ਲੱਗਿਆ ਕਰੇਗੀ ਰੋਜ਼, ਤੇ ਨਾਲ ਤੁਹਾਨੂੰ ਰਿਕਾਰਡਡ ਲੈਕਚਰ ਮਿਲਣਗੇ, ਠੀਕ ਹੈ। ਟੈਸਟ ਸੀਰੀਜ਼ ਤੁਹਾਨੂੰ ਫ੍ਰੀ ਮਿਲੇਗੀ। ਟਾਈਮਿੰਗਸ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ, ਹੁਣ 8:30-9 ਵਜੇ ਦੀ ਟਾਈਮਿੰਗ, 9 ਵਜੇ ਦੀ ਟਾਈਮਿੰਗਸ ਹੈ, ਕਨਵੀਨੀਅੰਟ ਹੈ। ਪ੍ਰੀਵੀਅਸ ਈਅਰ ਪੇਪਰਸ ਦਾ ਪ੍ਰੋਪਰ ਤੁਹਾਨੂੰ ਰੋਜ਼ ਦੀ ਰੋਜ਼ ਤੁਹਾਨੂੰ ਪਤਾ ਲੱਗ ਜਾਇਆ ਕਰੂਗਾ, ਜਿਹੜਾ ਟੌਪਿਕ ਕਰਾਂਗੇ ਉਹਦੇ 'ਚੋਂ ਕਿੰਨੇ ਪ੍ਰੀਵੀਅਸ ਈਅਰ ਬਣੇ ਅੱਜ ਤੱਕ, ਠੀਕ ਹੈ, ਉਹ ਕਰਾਂਗੇ। ਤਾਂ ਇਹਦੀ ਫੀਸ ਜਿਹੜੀ ਹੈ ਤੁਹਾਡੀ 6000 ਹੈ, ਠੀਕ ਹੈ ਜੀ। ਸਾਰਿਆਂ ਨੂੰ ਮੈਂ ਦੱਸਦਾ 6000 ਫੀਸ ਹੈ ਇਹਦੀ,
ਸਰ ਆਨਲਾਈਨ ਪੇਮੈਂਟ ਹੈ ਆਨਲਾਈਨ ਪੇਮੈਂਟ ਹੈ। ਤੁਸੀਂ ਇਸੀ ਨੰਬਰ ਤੇ WhatsApp ਨੰਬਰ ਤੇ ਆਹ ਨੰਬਰ ਲਿਖਿਆ ਹੋਇਆ ਹੈ, ਇਸੀ ਨੰਬਰ ਤੇ ਤੁਸੀਂ ਮੈਸੇਜ ਕਰਕੇ ਤੁਹਾਨੂੰ ਲਿੰਕ ਆ ਜਾਊਗਾ ਗੂਗਲ ਪੇ ਦਾ, ਪੇਟੀਐਮ ਦਾ, ਜਾਂ ਤੁਸੀਂ ਬੈਂਕ ਅਕਾਊਂਟ ਦੇ ਥਰੂ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਪੇਮੈਂਟ ਕਰ ਸਕਦੇ ਹੋ ਤੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ। ਠੀਕ ਹੈ ਜੀ। ਕਲਾਸ ਕਿਵੇਂ ਦੀ ਲੱਗੀ? ਰਿਕਾਰਡਡ ਲੈਕਚਰ ਕਿਵੇਂ ਮਿਲਣਗੇ ਜੀ? ਰਿਕਾਰਡਡ ਲੈਕਚਰ ਮੈਮ ਤੁਹਾਨੂੰ YouTube ਤੇ ਮਿਲਣਗੇ। YouTube ਤੇ ਤੁਹਾਨੂੰ ਲਿੰਕ ਆ ਜਾਊਗਾ, ਪ੍ਰਾਈਵੇਟ ਲਿੰਕ, ਉਹਦੇ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ। ਓਕੇ ਸਰ। ਕਲਾਸ ਸਾਰਿਆਂ ਨੂੰ ਸਮਝ ਲੱਗ ਗਈ? ਸਮਝ ਲੱਗਿਆ ਸਾਰਿਆਂ ਨੂੰ? ਯੈਸ ਠੀਕ ਹੈ ਯੈਸ ਸਰ। ਠੀਕ ਹੈ ਜੀ। ਥੈਂਕ ਯੂ ਸੋ ਮਚ। ਓਕੇ ਸਰ ਥੈਂਕ ਯੂ ਸਰ। ਓਕੇ ਜੀ।